ਐਥੈ ਉਥੈ ਰਖਵਾਲਾ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਜਦੋਂ ਧਿਆਓਗੇ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਉਣਾ ਕੀਤਾ, ਸਿੱਖੋ ਜਦੋਂ ਉਸ ਦਾਤੇ ਨੂੰ ਧਿਆਏਗਾ, ਕਿਉਂਕਿ ਗੁਰੂ ਇੱਥੇ ਵੀ ਰਖਵਾਲਾ ਹੈ, ਉੱਥੇ ਵੀ ਰਖਵਾਲਾ ਹੈ, ਤੇਰਾ ਸੰਸਾਰ ਵੀ ਸਫਲਾ ਕਰ ਦੇਵੇਗਾ। ਜੀਵਨ ਤੋਂ ਜਾਣ ਤੋਂ ਬਾਅਦ, ਸੰਸਾਰ ਤੋਂ ਜਾਣ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਵੀ ਗੁਰੂ ਤੇਰੇ ਨਾਲ ਖੜਾ ਹੋਵੇਗਾ। ਕਿਉਂਕਿ ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਣ। ਜਿੱਥੇ ਲੇਖਾ ਹੋਵੇਗਾ ਉੱਥੇ ਗੁਰਮੁਖੋ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਆਪ ਸਹਾਈ ਹੋਵੇਗਾ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਉਣਾ ਕੀਤਾ, ਇੱਥੈ ਉਥੈ ਰਖਵਾਲਾ। ਪ੍ਰਭ ਸਤਿਗੁਰ ਦੀਨ ਦਇਆਲਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਦਾ ਹੀ ਗਰੀਬਾਂ ਤੇ ਨਿਮਾਣਿਆਂ ਤੇ ਦਇਆ ਕਰਨ ਵਾਲਾ ਹੈ। ਗੁਰਮੁਖੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਅੰਦਰ ਗਰੀਬ ਕਿਸ ਨੂੰ ਕਿਹਾ? ਗਰੀਬ ਕਿਹਾ ਜਿਸ ਦੇ ਅੰਦਰ ਨਿਮਰਤਾ ਹੈ। ਗਰੀਬੀ ਗਦਾ ਹਕਾਰੇ, ਜਿਸ ਦੇ ਅੰਦਰ ਨਿਮਰਤਾ ਹੈ, ਜਿਸ ਦਾ ਮਨ ਭਾਵਨਾ ਵਾਲਾ ਹੈ, ਗੁਰੂ ਕੇ ਚਰਨਾਂ ਵਿੱਚ ਝੁਕ ਕੇ ਆਇਆ, ਕਿਉਂਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਜਦੋਂ ਮਨ ਨੂੰ ਨਿਮਰਤਾ ਵਿੱਚ ਲੈ ਕੇ ਆਵੇਂਗਾ, ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ ਸਿੱਖਾਂ ਦਾ, ਮਨ ਨੀਵਾ ਮਤ ਉੱਚੇ। ਜਦੋਂ ਮਨ ਨੀਵਾ ਕਰਕੇ ਗੁਰੂ ਕੇ ਚਰਨਾਂ ਵਿੱਚ ਆਏਗਾ, ਭਾਗਾਂ ਵਾਲਿਓ ਗੁਰੂ ਕੇ ਚਰਨਾਂ ਵਿੱਚ ਆਕੜ ਨਹੀਂ ਚੱਲੇਗੇ। ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਤੇਰੇ ਬਹੁਤੇ ਮਹਿੰਗੇ ਕੱਪੜੇ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਗੁਰੂ ਤੇਰੇ ਹੱਥ ਵਿੱਚ ਭੇਟਾ ਕਿਤਨੀ ਵੱਡੀ ਹੈ ਇਹ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਭਾਵੇਂ ਦੁਨੀਆ ਦਾ ਰਾਜਾ ਹੈ, ਗੁਰੂ ਇਹ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਕਿਉਂਕਿ ਗੁਰਮੁਖੋ ਗੁਰੂ ਨਾਨਕ ਦੇ ਘਰ ਅੰਦਰ ਸਾਰੇ ਬਰਾਬਰ ਨੇ। ਅਕਬਰ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ, ਪਹਿਲਾ ਸਤਿਗੁਰਾਂ ਨੇ ਕਿਹਾ, ਕਹਿਣ ਲੱਗਾ ਮੈਂ ਗੁਰੂ ਕੇ ਦਰਸ਼ਨ ਕਰਨੇ ਨੇ, ਗੁਰੂ ਨੂੰ ਮਿਲਣਾ ਹੈ। ਸਤਿਗੁਰਾਂ ਦਾ ਹੁਕਮ ਸੀ, ਪਹਿਲੋ ਪੰਗਤ ਪਾਛੇ ਸੰਗਤ। ਕਹਿਣ ਲੱਗੇ ਜਿਸ ਨੇ ਗੁਰੂ ਕੇ ਦੀਦਾਰ ਕਰਨੇ ਨੇ, ਪਹਿਲਾਂ ਗੁਰੂ ਕੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਫਿਰ ਉਸ ਤੋਂ ਬਾਅਦ ਗੁਰੂ ਕੇ ਦੀਦਾਰ ਹੋਣਗੇ। ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇ। ਸਤਿਗੁਰਾਂ ਦੇ ਅਨਮੋਲ ਬਚਨ ਸਨ। ਪਰ ਭਾਗਾਂ ਵਾਲਿਓ ਅਕਬਰ ਨੇ ਗੁਰੂ ਦਰਬਾਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਤੇ ਭਾਗਾਂ ਵਾਲਿਓ ਆਸੇ ਪਾਸੇ ਕੀ ਤੱਕ ਰਿਹਾ ਹੈ? ਆਸੇ ਪਾਸੇ ਦੇਖ ਰਿਹਾ ਹੈ ਗਰੀਬ, ਕੰਗਾਲ, ਫਟੇ ਪੁਰਾਣੇ ਕੱਪੜਿਆਂ ਵਾਲੇ ਵੀ ਉਸੇ ਪੰਗਤ ਵਿੱਚ ਬੈਠੇ ਨੇ, ਧਨਾਟ ਵੀ ਉਸੇ ਪੰਗਤ ਵਿੱਚ ਬੈਠੇ ਨੇ, ਪਰ ਅਕਬਰ ਨੂੰ ਉਸੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ। ਅੱਜ ਕੱਲ ਤੇ ਲੰਗਰਾਂ ਦੇ ਹਾਲਾਤ ਗੁਰਮੁਖੋ ਐਸੇ ਹੋ ਗਏ ਨੇ, ਬਹੁਤਾਤ ਵਿੱਚ ਮਰਜ਼ਾਦਾ ਨਹੀਂ ਰਹੇ। ਬਹੁਤਾਤ ਵਿੱਚ ਐਸਾ ਹੋ ਗਿਆ, ਕੋਈ ਧਨਾਟ ਤਕੜਾ ਬੰਦਾ ਆ ਜਾਵੇ, ਉਸ ਨੂੰ ਕੁਰਸੀ ਮੇਜ਼ ਲਗਾ ਕੇ ਦਿੱਤਾ ਜਾਂਦਾ ਹੈ, ਤੁਸੀਂ ਇੱਥੇ ਬੈਠੋ। ਗੁਰਮੁਖੋ ਗੁਰੂ ਕੇ ਸਿਧਾਂਤਾਂ ਨੂੰ ਭੁੱਲ ਗਏ, ਕੇਵਲ ਸੰਸਾਰਕ ਲਿਸ਼ਕ ਪੁਸ਼ਕ ਨੂੰ ਦੇਖਣਾ ਕੀਤਾ। ਕਿਉਂਕਿ ਇਹ ਮਨਮਤ ਹੈ, ਗੁਰਮਤ ਗੁਰੂ ਕੀ ਪੰਗਤ ਹੈ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਜੋ ਸਾਨੂੰ ਸਮਝਾਉਣਾ ਕੀਤਾ, ਅਕਬਰ ਨੇ ਵੀ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਆਇਆ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਲੰਗਰ ਵਾਸਤੇ, ਲੰਗਰ ਦੀ ਜੋ ਤੁਹਾਡੀ ਵਿਵਸਥਾ ਹੈ, ਲੰਗਰ ਦਾ ਪ੍ਰਬੰਧ ਹੈ, ਵੇਖ ਕੇ ਬੜਾ ਮਨ ਪ੍ਰਸੰਨ ਹੋਇਆ। ਹਜ਼ਾਰਾਂ ਲੋਕ ਲੰਗਰ ਛਕੀ ਜਾ ਰਹੇ ਨੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਮੈਂ ਇਸ ਲੰਗਰ ਨੂੰ ਜੰਗੀਰ ਦੇਣੀ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਇਹ ਲੰਗਰ ਸੰਗਤ ਦੇ ਦਸਵੰਧ ਦੇ ਨਾਲ ਚੱਲਦਾ ਹੈ, ਸੰਗਤ ਦਸਵੰਧ ਦਿੰਦੀ ਹੈ, ਇਹ ਲੰਗਰ ਸੰਗਤ ਦਾ ਹੈ। ਕੱਲ ਨੂੰ ਤੇਰਾ ਕੋਈ ਫੌਜਦਾਰ, ਤੇਰਾ ਕੋਈ ਉੱਤਰ ਅਧਿਕਾਰੀ, ਕੱਲ ਨੂੰ ਤੇਰਾ ਕੋਈ ਧੀ ਪੁੱਤਰ ਕਵੇਗਾ ਲੰਗਰ ਸਾਡਾ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਇਸ ਲੰਗਰ ਨੂੰ ਨਿੱਜੀ ਨਹੀਂ ਬਣਾਉਣਾ, ਇਹ ਲੰਗਰ ਸੰਗਤ ਦਾ ਹੈ। ਸੰਗਤ ਦੀ ਪਾਈ ਪਾਈ ਦੇ ਨਾਲ ਚੱਲਦਾ ਰਿਹਾ ਹੈ ਤੇ ਸੰਗਤ ਦੇ ਪਾਈ ਪਾਈ ਦੇ ਨਾਲ ਚੱਲੇਗਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਇਹ ਮਰਜ਼ਾਦਾ।
ਇਹ ਕਦੀ ਸੰਗਤ ਤੋਂ ਬਾਹਰ ਨਹੀਂ ਜਾਵੇਗੀ, ਕਿਉਂਕਿ ਜੋ ਸਿਧਾਂਤ ਪਹਿਲੋਂ ਸੀ ਉਹੀ ਸਿਧਾਂਤ ਅੱਜ ਹੈ। ਪਰ ਗੁਰਮੁਖੋ ਇਹ ਸਾਡੇ ਤੇ ਡਿਪੈਂਡ ਹੈ, ਅਸੀਂ ਇਸ ਨੂੰ ਲਾਗੂ ਕਿਸ ਤਰ੍ਹਾਂ ਕੀਤਾ। ਜੋ ਸਿਧਾਂਤ ਸਤਿਗੁਰੂ ਜੀ ਗੁਰਮੁਖੋ ਗੁਰੂ ਕਾਲ ਵੇਲੇ 239 ਸਾਲ ਦੇ ਸਮੇਂ ਦੇ ਵਿੱਚ 10 ਗੁਰੂ ਸਾਹਿਬਾਨਾਂ ਨੇ ਸਾਨੂੰ ਜੋ ਉਪਦੇਸ਼ ਦਿੱਤਾ, ਉਹੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰਹੇ ਨੇ। ਜੋ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵਰਤੇ, ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਹੈ। ਅਸੀਂ ਗੁਰੂ ਨੂੰ ਗੁਰਮੁਖੋ ਸਮਝਣ ਤੋਂ ਕੁਤਾਹੀ ਕਰ ਦਿੱਤੀ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਜੋਤ 오ਹਾ ਜੋਤ ਵੀ ਉਹ ਹੈ, ਜੁਗਤ ਸਾਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੁਗਤੀ ਵੀ ਉਹ ਹੈ। ਸਹਿ ਕਾਇਆ ਫੇਰ ਪਲਟਿਆ, ਕੇਵਲ ਸ਼ਰੀਰ ਬਦਲਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਡੇ ਵੱਲ ਹੱਥ ਕਰਕੇ ਸਾਨੂੰ ਕਿਹਾ ਸੀ, ਸਾਨੂੰ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਿੱਖੋ। ਅੱਜ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ, ਕਿਉਂਕਿ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮੰਨੈ ਇਕ ਨ ਆਨੈ। ਸਿੱਖ ਦੇ ਮਨ ਅੰਦਰ ਇੱਕ ਤੋਂ ਬਿਨਾ ਹੋਰ ਕਿਸੇ ਦਾ ਅੰਦਰ ਖਿਆਲ ਵੀ ਨਾ ਆਵੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ, ਇਹ ਸਤਿਗੁਰਾਂ ਦੇ ਬਚਨ ਨੇ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰੂ ਜੀ ਕਹਿ ਰਹੇ ਨੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣਾ ਚਾਹਣਾ ਹੈ, ਸਿੱਖਾਂ ਮੇਰੇ ਨਾਲ ਗੱਲਾਂ ਕਰਨਾ ਚਾਹਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ, ਪਿਆਰ ਨਾਲ ਗੁਰੂ ਕੀ ਗੋਦ ਵਿੱਚ ਆ ਕੇ ਬੈਠੀ, ਪਿਆਰ ਨਾਲ ਗੁਰੂ ਕੀ ਬਾਣੀ ਸੁਣੀ, ਤੇਰੇ ਅੰਦਰਲੇ ਸਾਰੇ ਖਿਆਲਾਂ ਦੇ ਜਵਾਬ ਮਿਲ ਜਾਣਗੇ। ਜੇ ਮੇਰੇ ਦਰਸ਼ਨ ਕਰਨ ਚਾਹਣਾ ਹੈ ਤੇ ਖਾਲਸੇ ਪੰਥ ਵਿੱਚੋਂ ਕਰੀ ਤਿਆਰ ਬਰ ਤਿਆਰ ਹੋ ਕੇ, ਕੇਸ ਦਾੜਾ ਦਮਾਲਾ ਚੜਾਈ ਬਾਣਾ ਪਾਈ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਵਾਲਾ ਜਦੋਂ ਬਣੇਗਾ ਤੇਰੇ ਵਿੱਚੋਂ ਮੇਰੇ ਦੀਦਾਰ ਹੋਣਗੇ। ਇਸ ਲਈ ਭਾਗਾਂ ਵਾਲਿਓ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਕੇਵਲ ਉਸ ਦਾਤੇ ਦੇ ਨਾਲ ਜੋੜਨਾ ਕੀਤਾ। ਗੁਰੂ ਨੇ ਇਤਨੀ ਕੁ ਰਹਿਮਤ ਸਿੱਖ ਤੇ ਕਰਨੀ ਕੀਤੀ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਰੱਬ ਇੱਥੇ ਵੀ ਰਖਵਾਲਾ ਹੈ, ਗੁਰੂ ਉੱਥੇ ਵੀ ਰਖਵਾਲਾ ਹੈ। ਪ੍ਰਭ ਸਤਿਗੁਰ ਦੀਨ ਦਿਆਲਾ ਗੁਰੂ ਗਰੀਬਾਂ ਕੰਗਾਲਾਂ ਤੇ ਦਇਆ ਕਰਕੇ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਹੈ। ਪਹਾੜੀ ਰਾਜਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਹਾ ਸੀ, ਇਕੱਠੇ ਹੋ ਕੇ ਗੁਰਮੁਖੋ ਸਤਿਗੁਰਾਂ ਦੇ ਦਰ ਤੇ ਆਏ, ਆਨੰਦਪੁਰ ਸਾਹਿਬ ਆਏ। ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਆਪਾਂ ਰੋਟੀ ਬੇਟੀ ਦੀ ਸਾਂਝ ਪਾਉਣੇ ਹਾਂ, ਆਪਾਂ ਰਿਸ਼ਤੇਦਾਰ ਬਣ ਜਾਣੇ ਹਾਂ। ਤੁਸੀਂ ਇਹਨਾਂ ਗਰੀਬਾਂ ਨੂੰ ਘੋੜਿਆਂ ਤੇ ਚੜਾ ਦਿੱਤਾ, ਤੁਸੀਂ ਇਹਨਾਂ ਦੇ ਪੱਗਾਂ ਬਣਾ ਦਿੱਤੀਆਂ, ਤੁਸੀਂ ਇਹਨਾਂ ਦੇ ਸੋਹਣੇ ਬਾਣੇ ਪਵਾ ਦਿੱਤੇ। ਇਹ ਸਾਡੇ ਰਾਜ ਦੇ ਵਿੱਚ ਨੌਕਰ ਲੱਗੇ ਨੇ, ਅਸੀਂ ਤੇ ਇਹਨਾਂ ਨੂੰ ਗੁਰਮੁਖੋ ਪੈਰ ਦੀ ਜੁੱਤੀ ਤੋਂ ਬਿਨਾਂ ਵੱਧ ਕੁਝ ਸਮਝਿਆ ਨਹੀਂ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਕਹਿਣ ਲੱਗੇ, ਮੈਂ ਕੱਲੇ ਕੱਲੇ ਨੂੰ ਪਾਤਸ਼ਾਹ ਰਾਜਾ ਬਣਾ ਦਿਆਂਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗੱਦੀ ਯਾਦ ਕਰਨਗੇ, ਇਹ ਗੁਰੂ ਕੀ ਗੁਰਿਆਈ ਯਾਦ ਕਰਨਗੇ। ਸਤਿਗੁਰਾਂ ਨੂੰ ਕਹਿਣ ਲੱਗੇ, ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਆਪਾਂ ਰਿਸ਼ਤੇਦਾਰ ਬਣਦੇ ਹਾਂ, ਆਪਾਂ ਰੋਟੀ ਬੇਟੀ ਦੀ ਸਾਂਝ ਪਾਉਣੇ ਹਾਂ, ਤੁਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਸਾਡੇ ਘਰਾਣਿਆਂ ਦੇ ਵਿੱਚ ਕਰੋ ਤੇ ਆਪਾਂ ਉੱਚੇ ਘਰਾਣਿਆਂ ਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, इन्हीं की कृपा से सजे हम है, नहीं मोह से गरीब करोड़ परे। महाराज कहन लगे, मेरे वर्गे करोड़ां पैसर, पर इन्हां दियां दुआवां ने, इन्हां दियां अरदासां ने मैनू इस दुनिया ते लिआंदा, इन्हां करके मैं दुनिया ते आया हां। मेरे वर्गे करोड़ां पए सन। सतगुरां ने अपने आप नूं भी गरीब किया, नहीं मोह से गरीब करोड़ परे। कहन लगे, मेरे वर्गे करोड़ां गरीब पए सन, पर इन्हां दियां अरदासां करके मैनू अकाल पुरख परमात्मा वाहिगुरू जी ने अपना पुत्र बना के दुनिया ते भेजना कीता। गुरु गोबिंद सिंह महाराज जी दे पावन बोल ने, मैं अपना सुत
ਤੋਹੇ ਨਵਾਜਾ। ਅਕਾਲ ਪੁਰਖ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ ਹਾਂ। ਸੁੱਤ ਤੋਂ ਭਾਵ ਪੁੱਤਰ। ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਕਹਿਣ ਲੱਗੇ ਤੂੰ ਦੁਨੀਆ ਤੇ ਜਾ ਕੇ ਐਸਾ ਅਲੌਕਿਕ ਪੰਥ ਸਾਜਣਾ ਹੈ ਜਿਸ ਪੰਥ ਦੇ ਵਿੱਚ ਕਿਸੇ ਜਾਤ ਪਾਤ ਦਾ ਭੁਲੇਖਾ ਨਾ ਰਵੇ, ਜਿਸ ਪੰਥ ਦੇ ਵਿੱਚ ਊਚ ਨੀਚ ਦਾ ਭੁਲੇਖਾ ਨਾ ਰਵੇ, ਜਿਸ ਪੰਥ ਦੇ ਵਿੱਚ ਕਿਸੇ ਦੇ ਨਾਲ ਦਵੈਤ ਭਾਵਨਾ ਨਾ ਹੋਵੇ, ਜਿਸ ਪੰਥ ਦੇ ਵਿੱਚ ਕੋਈ ਦੁਬਿਧਾ ਨਾ ਹੋਵੇ, ਐਸਾ ਪੰਥ ਸਾਜਣਾ ਹੈ। ਤੇ ਗੁਰਮੁਖੋ ਖਾਲਸਾ ਪੰਥ, ਸਿੱਖ ਪੰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਾਜਣਾ ਕੀਤਾ। ਪਰ ਸਾਡੀ ਬਦਕਿਸਮਤੀ ਹੈ ਅੱਜ ਦੇ ਸਮੇਂ ਦੇ ਵਿੱਚ ਗੁਰਮੁਖੋ ਜਾਤਾਂ ਦੇ ਨਾਂ ਤੇ ਗੁਰਦੁਆਰੇ, ਜੋ ਜਾਤ ਗੁਰੂ ਸਾਹਿਬਾਨ ਜੀ ਨੇ ਗੁਰਮੁਖੋ ਅਲੱਗ ਕੀਤੀ ਸੀ, ਸਾਰੀਆਂ ਜਾਤਾਂ ਦੇ ਵਿੱਚੋਂ ਇਕੱਠੇ ਕਰਕੇ ਉੱਚਾ ਚੁੱਕ ਕੇ ਪਾਤਸ਼ਾਹ ਜੀ ਨੇ ਸਿੱਖ ਬਣਾਇਆ ਸੀ। ਜਿਹੜਾ ਸਿੱਖ ਹੈ ਉਸ ਦੀ ਕੋਈ ਜਾਤ ਨਹੀਂ ਹੁੰਦੀ। ਜਿਹੜਾ ਜਾਤਾਂ ਪਾਤਾਂ ਦਾ ਵਿਤਕਰਾ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਬਹੁਤਾਤ ਵਿੱਚ ਅੱਜ ਦੇ ਸਮੇਂ ਗੁਰਮੁਖੋ ਐਸੇ ਗੁਰਦੁਆਰੇ ਵੀ ਨੇ ਜਿੱਥੇ ਛੋਟੇ ਘਰਾਣਿਆਂ ਦੇ ਗਰੀਬਾਂ ਦੇ ਲੰਗਰ ਅੱਡ ਨੇ, ਵੱਡਿਆਂ ਦੇ ਲੰਗਰ ਅੱਡ ਨੇ। ਪਾਤਸ਼ਾਹ ਜੀ ਨੇ ਤੇ ਅਕਬਰ ਵਰਗਿਆਂ ਨੂੰ ਵੀ ਇੱਕ ਪੰਗਤ ਵਿੱਚ ਬਿਠਾ ਦਿੱਤਾ। ਪਰ ਅੱਜ ਦੇ ਸਮੇਂ ਵਿੱਚ ਕਿਹਾ ਜਾਂਦਾ ਹੈ, ਸਾਡੇ ਮਹਾਂਪੁਰਸ਼ਾਂ ਨੇ ਕਿਹਾ ਹੈ ਜੀ ਇਹਨਾਂ ਦਾ ਲੰਗਰ ਅਲੱਗ ਕੀਤਾ ਜਾਵੇ। ਵੇਖੋ ਫਿਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੀ ਵੱਡੇ ਹੋ ਗਏ, ਗੁਰੂ ਸਾਹਿਬਾਨਾਂ ਤੋਂ ਵੱਡੇ ਹੋ ਗਏ। ਗੁਰੂ ਨੇ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ, ਕਿਉਂਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ। ਕਿਉਂਕਿ ਇਤਿਹਾਸ ਵੀ ਪੜ੍ਹਦੇ ਹਾਂ ਨਾਨਕ ਯਾਦ ਗਰੀਬਾਂ ਦਾ। ਗੁਰੂ ਨਾਨਕ ਪਾਤਸ਼ਾਹ ਜੀ ਵੇਖੋ ਜਿਹੜੇ ਗਰੀਬ ਸਨ, ਭਾਈ ਲਾਲੋ ਵਰਗੇ ਸੱਚ ਦੀ ਕਿਰਤ ਕਰਨ ਵਾਲੇ, ਆਪ ਕੁੰਡਾ ਖੜਕਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਘਰ ਚਲੇ ਗਏ। ਉਧਰ ਮਲਕ ਭਾਗੋਂ 36 ਪ੍ਰਕਾਰ ਦੇ ਪਦਾਰਥ ਤਿਆਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮਿੰਨਤਾਂ ਕਰ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੇ ਅਹਿਲਕਾਰ ਭੇਜੇ, ਪਾਤਸ਼ਾਹ ਨਹੀਂ ਗਏ। ਆਪਣੇ ਸਿਪਾਹੀ ਭੇਜੇ, ਪਾਤਸ਼ਾਹ ਨਹੀਂ ਗਏ। ਸਤਿਗੁਰਾਂ ਨੂੰ ਪਿਆਰ ਦੇ ਨਾਲ ਕਿਹਾ, ਪਾਤਸ਼ਾਹ ਨਹੀਂ ਗਏ। ਪਾਤਸ਼ਾਹ ਜੀ ਨੂੰ ਗੁਰਮੁਖੋ ਡਰ ਦੇ ਨਾਲ ਧਮਕਾਇਆ, ਪਾਤਸ਼ਾਹ ਨਹੀਂ ਗਏ। ਮਲਕ ਭਾਗੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਭਾਈ ਲਾਲੋ ਦੇ ਘਰ ਆਪ ਚੱਲ ਕੇ ਆਇਆ। ਸਤਿਗੁਰਾਂ ਨੂੰ ਕਿਹਾ ਤੁਸੀਂ ਮੇਰੇ ਘਰ ਪ੍ਰਸ਼ਾਦਾ ਛਕੋ, ਲੰਗਰ ਛਕੋ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਤੇਰੀਆਂ ਪੂੜੀਆਂ ਦੇ ਵਿੱਚੋਂ ਲਹੂ ਹੈ, ਤੇਰੀਆਂ ਪੂੜੀਆਂ ਦੇ ਵਿੱਚੋਂ ਖੂਨ ਵਗਦਾ ਹੈ, ਪਰ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਦੇ ਵਿੱਚੋਂ ਦੁੱਧ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਚੱਕੀ ਸਤਿਗੁਰਾਂ ਨੇ ਇੱਕ ਪਾਸੇ ਰੋਟੀ ਚੱਕੀ। ਅੱਜ ਕੱਲ ਫੋਟੋ ਦੇ ਵਿੱਚ ਵਿਖਾਇਆ ਜਾਂਦਾ ਹੈ ਪੂੜੀ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ, ਰੋਟੀ ਵਿੱਚੋਂ ਦੁੱਧ ਨਿਕਲ ਰਿਹਾ ਹੈ। ਸਤਿਗੁਰਾਂ ਨੇ ਇੱਕ ਸਿਧਾਂਤ ਸਮਝਾਇਆ ਸੀ, ਕਹਿਣ ਲੱਗੇ ਇਸ ਦੀ ਕਿਰਤ ਸੱਚੀ ਸੁੱਚੀ ਹੈ, ਇਹ ਦੁੱਧ ਦੇ ਬਰਾਬਰ ਹੈ। ਪਾਤਸ਼ਾਹ ਜੀ ਕਹਿਣ ਲੱਗੇ ਤੂੰ ਗਰੀਬਾਂ ਦਾ ਖੂਨ ਚੂਸਦਾ ਹੈ, ਗਰੀਬਾਂ ਤੇ ਜ਼ੁਲਮ ਕਰਦਾ ਹੈ, ਧੱਕਾ ਕਰਦਾ ਹੈ, ਇਸ ਲਈ ਤੇਰੀਆਂ ਪੂੜੀਆਂ ਦੇ ਵਿੱਚ ਮੈਨੂੰ ਖੂਨ ਨਜ਼ਰ ਆਉਂਦਾ ਹੈ। ਇਸ ਲਈ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਆਪ ਅੰਦਰ ਵਾਲੇ ਦੀ ਰਹਿਮਤ ਕਰਕੇ ਪਾਤਸ਼ਾਹ ਜੀ ਗਰੀਬਾਂ ਦੀ ਆਪ ਸੁਣਦੇ ਨੇ। ਦੀਨ ਤੋਂ ਭਾਵ ਗਰੀਬ, ਦੀਨ ਤੋਂ ਭਾਵ ਕੰਗਾਲ, ਦੀਨ ਤੋਂ ਭਾਵ ਨਿਮਰਤਾ। ਪਾਤਸ਼ਾਹ ਜੀ ਕਹਿ ਰਹੇ ਹਨ ਪ੍ਰਭ ਸਤਿਗੁਰ ਦੀਨ ਦਿਆਲਾ। ਸਤਿਗੁਰੂ ਜੀ ਐਸਾ ਹੈ ਦੀਨਾਂ ਤੇ ਰਹਿਮਤ ਕਰਨ ਵਾਲਾ। ਦਿਆਲਤਾ ਦੇ ਘਰ ਵਿੱਚ ਆ ਕੇ ਦਾਸ ਆਪਣੇ ਆਪ ਰਾਖੇ, ਆਪਣੇ ਦਾਸਾਂ ਆਪਣੇ ਪਿਆਰਿਆਂ ਦੀ ਗੁਰੂ ਨੇ ਆਪ ਰਾਖੀ ਕੀਤੀ, ਜਿਨ੍ਹਾਂ ਨੇ ਗੁਰੂ ਨੂੰ ਧਿਆਇਆ। ਘਟ ਘਟ ਸ਼ਬਦ ਸੁਭਾਖੇ, ਘਟ ਘਟ ਤੋਂ ਭਾਵ ਹਿਰਦਾ। ਹਰ ਇੱਕ ਹਿਰਦੇ ਦੇ ਵਿੱਚ ਗੁਰੂ ਕਾ ਸ਼ਬਦ ਵਸ ਗਿਆ। ਸੁਭਾਖੇ ਤੋਂ ਭਾਵ ਅੰਦਰ ਦੀ ਅਭਿਲਾਸ਼ਾ ਗੁਰੂ ਨੇ ਬੁਝਾ ਦਿੱਤੀ, ਅੰਦਰ ਦੀ ਪਿਆਸ ਗੁਰੂ ਨੇ ਬੁਝਾ ਦਿੱਤੀ। ਗੁਰ ਕੇ ਚਰਨ ਉੱਪਰ ਬਲ ਜਾਈ, ਮੈਂ ਐਸੇ ਗੁਰੂ ਦੇ ਚਰਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਵਾਂ। ਦਿਨ ਸਰੈਨ ਸਾਸ ਸਾਸ ਸੰਭਾਲੀ, ਜਿਨ੍ਹਾਂ ਨੇ ਦਿਨ ਰੈਨ ਗੁਰੂ ਦੇ ਚਰਨਾਂ ਨੂੰ ਧਿਆਉਣਾ ਕੀਤਾ, ਸਵਾਸ ਸਵਾਸ ਗੁਰੂ ਕੇ ਨਾਮ ਨੂੰ ਜਪਣਾ ਕੀਤਾ। ਪੂਰਨ ਸਭਨੀ ਥਾਈ, ਪਾਤਸ਼ਾਹ ਜੀ ਨੇ ਗੁਰਮੁਖੋ ਪੂਰਾ ਅਕਾਲ ਪੁਰਖ ਪਰਮਾਤਮਾ ਹਰ ਥਾਂ ਵਸ ਰਿਹਾ ਹੈ, ਹਰ ਥਾਂ ਰਮਿਆ ਹੋਇਆ ਹੈ, ਹਰ ਗਰੀਬ ਅਮੀਰ ਜੀਵ ਜੰਤੂ ਦੇ ਅੰਦਰ ਹੈ, ਜਾਨਵਰਾਂ ਪਸ਼ੂਆਂ ਪੇੜ ਪੌਦਿਆਂ ਦੇ ਵਿੱਚ ਵੀ ਹੈ।
ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ, ਉਸ ਦਾਤੇ ਨੂੰ ਧਿਆਉਣਾ ਕਰ, ਤੈਨੂੰ ਫਿਰ ਹਰ ਥਾਂ ਹਰ ਜਗ੍ਹਾ ਮੌਜੂਦ ਦਿਸੇਗਾ। ਜਹ ਜਹ ਦੇਖੋ ਤਹ ਹਜੂਰ, ਦੂਰ ਕਤਹੁ ਨਾ ਜਾਏ। ਅਕਾਲ ਪੁਰਖ ਪਰਮਾਤਮਾ ਤੇਰੀ ਸਾਚਾ ਸਾਹਿਬ ਸਦ ਮਿਹਰਬਾਨ। ਜਦੋਂ ਪੂਰਾ ਗੁਰੂ ਕਿਸੇ ਤੇ ਮਿਹਰਬਾਨ ਹੁੰਦਾ ਹੈ, ਸਤਿਗੁਰੂ ਜੀ ਉਸ ਦਾ ਜਮਨ ਮਰਨ ਕੱਟ ਦਿੰਦੇ ਨੇ, ਸੰਸਾਰਿਕ ਦੁੱਖ ਕੱਟ ਦਿੰਦੇ ਨੇ, ਜੀਵਨ ਸਵਾਰ ਦਿੰਦੇ ਨੇ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਮੇਰੇ ਗੁਰੂ ਨੇ ਮੇਰੇ ਜੀਵਨ ਦੇ ਵਿੱਚੋਂ ਉਹ ਬੰਧਨ ਕੱਟ ਦਿੱਤੇ, ਉਹ ਵਿਕਾਰ ਕੱਟ ਦਿੱਤੇ ਜਿਹੜੇ ਜਨਮਾਂ ਜਨਮਾਂ ਤੋਂ ਮੇਰੇ ਮਨ ਤੇ ਹਾਵੀ ਸਨ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਗੁਰੂ ਨੇ ਇੱਕ ਮਰਜ਼ਾਦਾ ਰੱਬ ਜੀ ਦਾ ਨਾਮ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ, ਤੇ ਸਤਿਗੁਰਾਂ ਨੇ ਆਸੇ ਪਾਸੇ ਮਨ ਦੇ ਬਨੇਰਾ ਲਾ ਦਿੱਤਾ। ਮਨ ਦੇ ਆਸੇ ਪਾਸੇ ਗੁਰੂ ਨੇ ਸੁਰੱਖਿਆ ਕਵਚ ਬਣਾ ਦਿੱਤਾ। ਮਨ ਦੇ ਆਸੇ ਪਾਸੇ ਗੁਰੂ ਨੇ ਆਪ ਰਾਖੀ ਕੀਤੀ, ਤਾਂ ਕਿ ਵਕਾਰ ਮਨ ਦੇ ਵਿੱਚ ਹਾਵੀ ਨਾ ਹੋ ਸਕਣ। ਗੁਰੂ ਨੇ ਬੰਨ ਪਾ ਦਿੱਤਾ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਜਦੋਂ ਗੁਰੂ ਨੇ ਰਹਿਮਤ ਕੀਤੀ, ਮੇਰੇ ਮਨ ਅੰਦਰ ਰੱਬ ਜੀ ਦਾ ਨਾਮ ਵਸਾਇਆ, ਗੁਰੂ ਕੀ ਰਹਿਮਤ ਵਸ ਗਈ ਤੇ ਹੋਈ ਸਰਬ ਕਲਿਆਣ। ਜਿਸ ਨੇ ਵੀ ਲੁਕਾਈ ਦੇ ਵਿੱਚ ਰੱਬ ਜੀ ਦੇ ਨਾਮ ਨੂੰ ਵਸਾਇਆ, ਉਹਨਾਂ ਦੀ ਕਲਿਆਣ ਭਾਵ ਜੀਵਨ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਕੇ ਨਾਮ ਨੂੰ ਧਿਆਇਆ, ਅੰਦਰੋਂ ਮਨ ਬੈਰਾਗ ਵਿੱਚ ਹੋ ਗਿਆ, ਮਨ ਆਨੰਦਿਤ ਹੋ ਗਿਆ, ਨੰਦੀਆਂ ਚਿੰਤਾਵਾਂ ਝੋਰੇ ਵਿਕਾਰ ਖਤਮ ਹੋ ਗਏ। ਜਿਨ੍ਹਾਂ ਨੇ ਗੁਰੂ ਨੂੰ ਧਿਆਉਣਾ ਕੀਤਾ, ਗੁਰੂ ਨੇ ਗੁਰਮੁਖੋ ਜ਼ਿੰਮੇਵਾਰੀ ਉਹਨਾਂ ਦੀ ਆਪ ਲੈ ਲਈ। ਕਿਉਂਕਿ ਭਾਗਾਂ ਵਾਲਿਓ, ਜਿਹੜਾ ਗੁਰੂ ਨੂੰ ਧਿਆਉਂਦਾ ਹੈ, ਫਿਰ ਜ਼ਿੰਮੇਵਾਰੀ ਗੁਰੂ ਦੀ ਬਣ ਜਾਂਦੀ ਹੈ। ਗੁਰੂ ਉਸ ਦਾ ਜੰਮਣ ਮਰਨ ਕੱਟ ਦਿੰਦਾ ਹੈ, ਗੁਰੂ ਉਸ ਦੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਕਰ ਦਿੰਦਾ ਹੈ। ਕਿਉਂਕਿ ਜਿਹੜਾ ਗੁਰੂ ਨੂੰ ਧਿਆਉਂਦਾ ਹੈ, ਗੁਰੂ ਪਾਸ ਆਉਂਦਾ ਹੈ, ਗੁਰੂ ਕੀ ਗੋਦ ਅੰਦਰ ਬਹਿੰਦਾ ਹੈ। ਇਹ ਭਾਵਨਾ ਦੀ ਬਾਤ ਹੈ। ਜਿਸ ਨੇ ਭਾਵਨਾ ਦੇ ਨਾਲ, ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਧਿਆਇਆ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਬੰਦੇ ਨੇ ਗੁਰੂ ਕੀ ਟੇਕ ਆਪਣੇ ਮਨ ਅੰਦਰ ਟਿਕਾ ਲਈ, ਜਿਸ ਸਿਮਰਤ ਸੁਖ ਹੋਏ, ਜਿਸ ਨੂੰ ਸਿਮਰਦਿਆਂ ਮਨ ਸੁਖਾਲਾ ਹੋ ਜਾਵੇ, ਜੀਵਨ ਸੁਖਾਲਾ ਹੋ ਜਾਵੇ, ਸਗਲੇ ਦੁੱਖ ਜਾਹੇ। ਸਾਰੇ ਦੁੱਖ ਬੰਦੇ ਦੇ ਜੀਵਨ ਵਿੱਚੋਂ ਖੰਭ ਲਾ ਕੇ ਉੱਡ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਬੜੀ ਪਿਆਰੀ ਗਾਥਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਆਨੰਦਪੁਰ ਦਾ ਕਿਲਾ ਛੱਡ ਕੇ ਗੁਰਮੁਖੋ ਚਮਕੌਰ ਦੀ ਜੰਗ ਤੋਂ ਬਾਅਦ ਸਤਿਗੁਰੂ ਜੀ ਮਾਛੀਵਾੜੇ ਜਾਂਦੇ ਨੇ। ਮਾਛੀਵਾੜੇ ਤੋਂ ਜਦੋਂ ਉੱਚਦਾ ਪੀਰ ਬਣ ਕੇ ਵਾਪਸ ਇਧਰ ਦੀਨੇ ਕਾਂਗੜ ਦੀ ਧਰਤੀ ਵੱਲ ਮੇਰੇ ਦਾਤਾ ਜੀ ਆਉਂਦੇ ਨੇ। ਦੀਨੇ ਕਾਂਗੜ ਸਤਿਗੁਰੂ ਜੀ ਆਏ। ਇੱਥੋਂ ਦੇ ਚੌਧਰੀ ਨੇ। ਗੁਰਮੁਖੋ, ਜਿਸ ਦਾਤੇ ਨੇ ਆਪਣਾ ਮਹਿਲ, ਆਪਣਾ ਸਭ ਕੁਝ, ਆਪਣੇ ਕਿਲੇ ਸਾਡੇ ਸੰਸਾਰਿਕ ਜੀਵਾਂ ਵਾਸਤੇ ਸਤਿਗੁਰਾਂ ਨੇ ਵਾਰ ਦਿੱਤੇ ਹੋਣ, ਆਪਣੇ ਚਾਰ ਸੋਹਣੇ ਸਿਉਣੇ ਵਰਗੇ ਪੁੱਤ ਸਤਿਗੁਰਾਂ ਨੇ ਸਾਡੇ ਤੋਂ ਵਾਰ ਦਿੱਤੇ ਹੋਣ, ਤੇ ਭਾਗਾਂ ਵਾਲਿਓ, ਐਸੇ ਲੋਕ ਵੀ ਸਨ ਜੋ ਹਕੂਮਤ ਤੋਂ ਡਰਦੇ ਗੁਰੂ ਨੂੰ ਆਪਣੇ ਘਰ ਨਹੀਂ ਸਨ ਰੱਖਦੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਨੇ ਅਤੇ ਕਾਂਗੜ ਦੇ ਵਿਚਕਾਰ, ਦੀਨੇ ਨਗਰ ਦੇ ਨਜ਼ਦੀਕ ਪਾਤਸ਼ਾਹ ਜੀ ਬੈਠੇ। ਇੱਥੇ ਸਤਿਗੁਰਾਂ ਨੇ ਜਫਰਨਾਮਾ ਲਿਖਿਆ, ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ, ਜਿਹੜੀ ਚਿੱਠੀ ਪੜ੍ਹ ਕੇ ਔਰੰਗਜ਼ੇਬ ਪਾਗਲ ਹੋ ਗਿਆ। ਔਰੰਗਜ਼ੇਬ ਗੁਰਮੁਖੋ, ਉਸ ਸਤਿਗੁਰਾਂ ਨੇ ਉਹਨਾਂ ਜਿੱਤ ਦੀ ਚਿੱਠੀ ਜਫਰਨਾਮੇ ਦੇ ਨਾਲ ਔਰੰਗਜ਼ੇਬ ਦੇ ਪ੍ਰਾਣ ਨਿਕਲ ਗਏ। ਪੜਿਆ, ਅੰਦਰ ਦਾ ਸ਼ੀਸ਼ਾ ਦਿਸ ਗਿਆ। ਮੈਂ ਇਤਨਾ ਬਦਸੂਰਤ ਹਾਂ, ਮੈਂ ਇਤਨੇ ਗੁਨਾਹ ਕੀਤੇ ਨੇ, ਮੈਂ ਇਤਨੇ ਪਾਪ ਕੀਤੇ ਨੇ। ਉਸ ਜਿੱਤ ਦੀ ਚਿੱਠੀ ਨੂੰ ਪੜ੍ਹ ਕੇ ਗੁਰਮੁਖੋ ਉਸ ਦਾ ਜੀਵਨ ਸਮਾਪਤ ਹੋ ਗਿਆ ਸੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਦੀਨੇ ਕਾਂਗੜ ਦੀ ਧਰਤੀ ਤੇ ਆਏ। ਦੀਨੇ ਦੇ, ਦੀਨੇ ਨਗਰ ਦੇ, ਇਸ ਕਾਂਗੜ ਅਤੇ ਦੀਨੇ ਨਗਰ ਦੇ ਚੌਧਰੀ ਨੇ। ਤਖਤ ਮੱਲ, ਲਖਮੀਰਾ ਅਤੇ ਸ਼ਮੀਰਾ ਤਿੰਨ ਭਰਾ ਨੇ, ਤੇ ਸਤਿਗੁਰੂ ਜੀ ਇਹਨਾਂ ਦੇ ਘਰ ਗਏ
ਇਹਨਾਂ ਚੌਧਰੀਆਂ ਦੇ ਘਰ ਜਦੋਂ ਗਏ ਤੇ ਗੁਰਮੁਖੋ ਡਰਦੇ ਮਾਰਿਆਂ ਨੇ ਸਤਿਗੁਰਾਂ ਨੂੰ ਆਪਣੇ ਘਰ ਨਾ ਰੱਖਿਆ, ਜਵਾਬ ਦੇ ਦਿੱਤਾ। ਗੁਰੂ ਨੂੰ ਇੱਕ ਦਸ਼ਾਲਾ ਭੇਟ ਕਰਕੇ ਵਿਦਾ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਦੀਨੇ ਅਤੇ ਕਾਂਗੜ ਨਗਰ ਦੇ ਵਿਚਕਾਰ ਦੀਨੇ ਕਾਂਗੜ ਰੁਕੇ ਤੇ ਪਾਤਸ਼ਾਹ ਜੀ ਇੱਥੇ ਰੁਕ ਕੇ ਜਿੱਤ ਦੀ ਚਿੱਠੀ ਵੀ ਲਿਖਦੇ ਨੇ। ਇੱਥੇ ਸਤਿਗੁਰੂ ਜੀ 21 ਦਿਨ ਤੋਂ ਵੱਧ ਰਹੇ ਇਤਿਹਾਸ ਦੱਸਦਾ ਹੈ। ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਜੁੜਨ ਲੱਗੀਆਂ, ਹਰ ਰੋਜ਼ ਲੰਗਰ ਤਿਆਰ ਹੋਣ ਲੱਗਾ ਤੇ ਗੁਰਮੁਖੋ ਇੱਕ ਸ਼ਮੀਰਾ ਜੋ ਇਹਨਾਂ ਦਾ ਛੋਟਾ ਭਰਾ ਸੀ, ਤਖਤ ਮੱਲ ਅਤੇ ਲਖਮੀਰੇ ਦਾ ਛੋਟਾ ਭਰਾ ਸੀ, ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਹਰ ਰੋਜ਼ ਸੇਵਾ ਕਰਨ ਲੱਗਾ। ਗੁਰੂ ਕੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ, ਮਹਾਰਾਜ ਤੁਹਾਡੀਆਂ ਦਿੱਤੀਆਂ ਦਾਤਾਂ ਸਨ, ਤੁਹਾਡਾ ਬਖਸ਼ਿਆ ਸਭ ਕੁਝ ਸੀ, ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਹਾਂ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ। ਮੇਰੇ ਭਰਾਵਾਂ ਨੇ ਤੁਹਾਨੂੰ ਘਰ ਤੋਂ ਕੱਢ ਦਿੱਤਾ, ਮੇਰੇ ਭਰਾਵਾਂ ਨੇ ਤੁਹਾਨੂੰ ਆਪਣੇ ਘਰ ਨਹੀਂ ਰੱਖਿਆ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸ਼ਮੀਰਿਆ ਸਭ ਦੇ ਆਪਣੇ ਆਪਣੇ ਕਰਮ ਨੇ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋ ਜਾਵੇਗਾ। ਤੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਭਰਾਵਾਂ ਨੂੰ ਵੀ ਬਖਸ਼ ਲਓ, ਮੇਰੇ ਭਰਾਵਾਂ ਦਾ ਵੀ ਭਲਾ ਹੋ ਜਾਵੇ। ਕੁਝ ਰੂਹਾਂ ਐਸੀਆਂ ਹੁੰਦੀਆਂ ਨੇ ਭਾਗਾਂ ਵਾਲਿਓ ਜੋ ਆਪਣੇ ਤੋਂ ਵੱਧ ਆਪਣੇ ਪਰਿਵਾਰ, ਆਪਣੇ ਸੰਗੀਆਂ ਸਾਥੀਆਂ ਦਾ ਭਲਾ ਮੰਗਦੇ ਨੇ ਤੇ ਇਸ ਦੇ ਅੰਦਰ ਵੀ ਪਿਆਰ ਹੈ। ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਭਰਾਵਾਂ ਦਾ, ਮੇਰੇ ਪਰਿਵਾਰ ਦਾ, ਬੱਚਿਆਂ ਦਾ ਭਲਾ ਹੋ ਜਾਵੇ। ਪਾਤਸ਼ਾਹ ਜੀ ਕਹਿਣ ਲੱਗੇ, ਸ਼ਮੀਰਿਆ ਸਭ ਦੇ ਆਪਣੇ ਆਪਣੇ ਕਰਮ ਨੇ, ਤੂੰ ਸੇਵਾ ਕਰਿਆ ਕਰ, ਗੁਰੂ ਨਾਨਕ ਭਲੇ ਕਰਨਗੇ, ਤੇਰਾ ਭਲਾ ਹੋਵੇਗਾ। ਤੇ ਭਾਗਾਂ ਵਾਲਿਓ ਸਮਾਂ ਬੀਤਦਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਪ੍ਰਸ਼ਾਦਾ ਛਕ ਰਹੇ ਸਨ। ਇਹ ਸ਼ਮੀਰਾ ਕੋਲ ਬੈਠਾ ਸੀ ਤੇ ਗੁਰਮੁਖੋ ਜਦ ਪ੍ਰਸ਼ਾਦਾ ਛਕ ਰਹੇ ਨੇ, ਆਪਣੇ ਮਨ ਅੰਦਰ ਸੋਚਦਾ ਹੈ, ਪਾਤਸ਼ਾਹ ਜੀ ਇੱਕ ਗਰਾਈ ਮੈਨੂੰ ਦੇ ਦੇਣ, ਪਾਤਸ਼ਾਹ ਜੀ ਇੱਕ ਬੁਰਕੀ ਮੈਨੂੰ ਦੇ ਦੇਣ, ਮੈਂ ਉਹ ਬੁਰਕੀ ਛਕ ਲਵਾਂਗਾ ਤੇ ਮੇਰਾ ਭਲਾ ਹੋ ਜਾਵੇਗਾ। ਪਾਤਸ਼ਾਹ ਜੀ ਗੁਰਮੁਖੋ ਪ੍ਰਸ਼ਾਦਾ ਛਕ ਰਹੇ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਸ਼ਮੀਰੇ ਨੂੰ ਪੁੱਛਿਆ, ਸ਼ਮੀਰਿਆ ਮਨ ਅੰਦਰ ਕੀ ਖਿਆਲ ਚੱਲ ਰਹੇ ਨੇ, ਕੀ ਭਾਵਨਾ ਹੈ? ਕਹਿਣ ਲੱਗਾ, ਹੱਥ ਜੋੜੇ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਜੀ ਇੱਕ ਬੁਰਕੀ ਮੈਨੂੰ ਦੇ ਦਿਓ, ਮੈਂ ਛਕ ਲਵਾਂ, ਆਪਣੇ ਪਰਿਵਾਰ ਨੂੰ ਜਾ ਕੇ ਛਕਾਵਾਂ ਤਾਂ ਕਿ ਮੇਰਾ ਭਲਾ ਹੋ ਜਾਵੇ। ਗੁਰੂ ਪਾਤਸ਼ਾਹ ਜੀ ਨੇ ਪੂਰਾ ਥਾਲ ਇਸ ਨੂੰ ਦੇ ਦਿੱਤਾ। ਕਹਿਣ ਲੱਗੇ, ਸ਼ਮੀਰਿਆ ਹਲੇ ਪੂਰਾ ਥਾਲ ਤੂੰ ਲੈ ਲੈ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਘਰ ਲੈ ਜਾਵਾਂ, ਘਰ ਲਿਜਾ ਕੇ ਆਪਣੇ ਭਰਾਵਾਂ, ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਵੀ ਛਕਾਵਾਂਗਾ, ਗੁਰੂ ਕਾ ਸ਼ੀਤ ਪ੍ਰਸ਼ਾਦ ਹੈ, ਉਹਨਾਂ ਦਾ ਵੀ ਭਲਾ ਹੋ ਜਾਵੇਗਾ। ਮਹਾਰਾਜ ਕਹਿਣ ਲੱਗੇ, ਜਾ ਆਪਣੇ ਘਰ ਲੈ ਜਾ। ਘਰ ਲੈ ਗਿਆ। ਘਰ ਹਵੇਲੀ ਦੇ ਗੁਰਮੁਖੋ ਜਾ ਕੇ ਵਿਹੜੇ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਨੂੰ ਆਵਾਜ਼ਾਂ ਮਾਰਦਾ ਹੈ, आओ भाई गुरु का शीत प्रसाद मिलिया है, गुरु का प्रसादा मिलिया है, शीत प्रसाद गुरु ने मैनू अपने कर कमलों के नाल दिता है, आओ थोड़ा थोड़ा सारे ले लो, साडा भला हो जाएगा। ते गुरमुखो उधरों शराब के नाल रजिया इसका भरा तख्त मल आया, प्रसादे नू गुरमुखो हाथ मारिया, प्रसादा थले डिग पिया, दाल भाजी सब्जी सब कुछ मिट्टी दे विच खराब हो गई, खान जोग नहीं रहे। इस शमीरे ने गुरमुखो धरती दे विच टोआ पुट्टिया, टोआ पुट के रोटी भाजी सब्जी सब कुछ उत्थे दफना दिता। सतगुरां दे चरणां विच जदों शाम नूं वापस आया, गुरु पातशाह जी इस नूं देख के हस पए। पातशाह जी इस नूं कहन लगे, शमीरिया कर लिया अपने भरावां दा भला, तैनू क्या सी सब दे अपने अपने कर्म ने, क्योंकि किसी दे कर्म गुरमुखो कोई बदल नहीं सकता। जेड़ा सेवा करेगा फल उसनू मिलेगा, जेड़ा गुरु के चरणों दियां हाजरियां भरेगा फल उसनू मिलेगा। सतगुरां दी अमृत बाणी कह रही है, लेख ना मिटे हे सके जो लिखिया करतार। धन गुरु गोबिंद सिंह महाराज जी शमीरे नू कहन लगे, शमीरिया सेवा करया कर, तेरा भला हो जाएगा। प्यार दे नाल सेवा करदा है। एक दिन गुरु पातशाह जी नूं कहन लगा, महाराज मेरा भला कर दिओ, तुसीं कहंदे हो सेवा करया कर, तेरा भला कर दिओ, मेरा जम्मन मरण कर दिओ, मैनू मुक्त कर दिओ। महाराज कहन लगे, शमीरिया
ਦੱਸ ਤੈਨੂੰ ਦੁਨੀਆ ਦਾ ਰਾਜ ਦੇ ਦਈਏ, ਤੇਰੇ ਬੱਚੇ ਰਹਿੰਦੀ ਦੁਨੀਆ ਤੱਕ ਰਾਜ ਕਰਨਗੇ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਰਾਜ ਨਹੀਂ ਚਾਹੀਦਾ, ਰਾਜ ਨਾ ਚਾਹੂੰ। ਮਹਾਰਾਜ ਮੈਨੂੰ ਦੁਨੀਆ ਤੇ ਕੋਈ ਰਾਜ ਨਹੀਂ ਚਾਹੀਦਾ, ਮੈਨੂੰ ਮੁਕਤ ਕਰ ਦਿਓ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਹਾਲੇ ਧਰਤੀ ਤੇ 14 ਜਨਮ ਤੂੰ ਹੋਰ ਲੈਣੇ ਨੇ, 14 ਜਨਮ ਤੇਰੇ ਧਰਤੀ ਤੇ ਤੂੰ ਆਉਣਾ ਹੈ। ਕਹਿਣ ਲੱਗੇ, ਕਦੇ ਤੂੰ ਇੱਲ ਬਣਨਾ ਹੈ, ਕਦੇ ਤੂੰ ਸੱਪ ਬਣਨਾ ਹੈ, ਕਦੇ ਤੂੰ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਮਨੁੱਖਾ ਜੀਵਨ ਹੈ ਤੇਰਾ। ਇਸ ਤਰ੍ਹਾਂ 14 ਜਨਮਾਂ ਦੇ ਵਿੱਚ ਦੀ ਉਮਰ ਭੋਗਣੀ ਹੈ, ਬੜਾ ਲੰਮਾ ਸਮਾਂ ਪਿਆ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਪਹਿਲੋਂ 14 ਜਨਮ ਭੋਗ ਫਿਰ ਸੋਚਾਂਗੇ। ਜਦੋਂ ਗੁਰੂ ਪਾਤਸ਼ਾਹ ਜੀ ਨੇ ਕਿਹਾ, ਮਹਾਰਾਜ ਕਹਿਣ ਲੱਗੇ 14 ਜਨਮ ਭੋਗ ਫਿਰ ਸੋਚਾਂਗੇ, ਤੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਮੈਨੂੰ ਮੁਕਤ ਕਰ ਦਿਓ, ਰਹਿਮਤ ਕਰੋ। ਪਾਤਸ਼ਾਹ ਜੀ ਕਹਿਣ ਲੱਗੇ, ਜੇ ਮੁਕਤ ਹੋਣਾ ਚਾਹਣਾ ਹੈ ਸਾਡਾ ਬਚਨ ਮੰਨਣਾ ਪਵੇਗਾ। ਕਹਿਣ ਲੱਗਾ, ਮਹਾਰਾਜ ਬਚਨ ਮੰਨਾਂਗਾ। ਪਾਤਸ਼ਾਹ ਜੀ ਕਹਿਣ ਲੱਗੇ, ਆਪਣੇ ਘਰ ਜਾ ਕੇ ਆਪਣੇ ਭਰਾਵਾਂ ਦੇ ਨਾਲ, ਆਪਣੇ ਪਰਿਵਾਰ ਬੱਚਿਆਂ ਦੇ ਨਾਲ ਕਿਸੇ ਨਾਲ ਰਹਿ ਨਹੀਂ ਕਰਨੀ, ਆ ਕਕਾਰ ਲੈ ਜਾ। ਕੱਲ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਹੋਵੇਗਾ, ਅੰਮ੍ਰਿਤ ਛਕਾਇਆ ਜਾਵੇਗਾ। ਅੰਮ੍ਰਿਤ ਛਕ ਲਈ, ਕੇਸੀ ਇਸ਼ਨਾਨ ਕਰਕੇ ਕਕਾਰ ਪਹਿਨ ਲਈ, ਕਿਸੇ ਦੇ ਨਾਲ ਰਹਿ ਵਿਚਾਰ ਨਹੀਂ ਕਰਨੀ। ਅੰਮ੍ਰਿਤ ਵੇਲੇ ਆ ਜਾਈ, ਅੰਮ੍ਰਿਤ ਛਕ ਲਈ। ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਮੁਕਤ ਹੋ ਜਾਵੇਂਗਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਗੁਰਮੁਖੋ ਇਸ਼ਨਾਨ ਪਾਣੀ ਕੀਤਾ, ਕਕਾਰ ਸਜਾਏ, ਸਤਿਗੁਰਾਂ ਦੇ ਦਰ ਤੇ ਆ ਗਿਆ ਤੇ ਗੁਰੂ ਨੇ ਇਤਨੀ ਰਹਿਮਤ ਕੀਤੀ, ਅੰਮ੍ਰਿਤ ਸੰਚਾਰ ਹੋਇਆ, ਇਸਨੇ ਅੰਮ੍ਰਿਤ ਛਕਿਆ। ਕਿਉਂਕਿ 5 ਪਿਆਰੇ ਗੁਰਮੁਖੋ 5 ਚੁਲੇ ਅੱਖਾਂ ਦੇ ਵਿੱਚ ਮਾਰਦੇ ਨੇ, 5 ਚੁਲੇ ਸਿਰ ਦੇ ਵਿੱਚ ਪਾਉਂਦੇ ਨੇ, 5 ਚੁਲੇ ਗੁਰਮੁਖੋ ਇਸ ਨੂੰ ਸਕਾਏ ਜਾਂਦੇ ਨੇ। ਨਾਲ ਕਹਿੰਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਮੁਖੋ ਪਿਆਰ ਦੇ ਨਾਲ ਸਤਿਗੁਰਾਂ ਤੋਂ ਅੰਮ੍ਰਿਤ ਛਕਿਆ, ਮਰਜ਼ਾਦਾ ਸਮਝੇ। ਸਤਿਗੁਰੂ ਜੀ ਕਹਿਣ ਲੱਗੇ, ਸ਼ਮੀਰਿਆ ਜੋ ਤੇਰੇ ਸਿਰ ਦੇ ਵਿੱਚ ਅੰਮ੍ਰਿਤ ਪਾਇਆ ਹੈ, ਇਸ ਨੂੰ ਘਰ ਜਾ ਕੇ ਹੁਣੇ ਇਸ਼ਨਾਨ, ਅੱਜ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਅੰਮ੍ਰਿਤ ਵੇਲੇ ਕਰੀ, ਤੇਰੇ ਸਿਰ ਦੇ ਵਿੱਚ ਜੋ ਅੰਮ੍ਰਿਤ ਹੈ ਇਸੇ ਤਰ੍ਹਾਂ ਰਹਿਣ ਦੇਈ। ਗੁਰਮੁਖੋ ਰਾਤ ਹੋਈ, ਰਾਤ ਨੂੰ ਜਾ ਕੇ ਜਦੋਂ ਸੁੱਤਾ, ਸੁਪਨਾ ਇਸ ਨੂੰ ਆਉਂਦਾ ਹੈ, ਅੱਖ ਲੱਗੀ, ਸੁਪਨਾ ਆਇਆ। ਸੁਪਨੇ ਦੇ ਵਿੱਚ ਕਦੇ ਇੱਲ ਬਣਦਾ ਹੈ, ਮਾਸ ਖਾਈ ਜਾ ਰਿਹਾ ਹੈ, ਇੱਲਾਂ ਇਸ ਨੂੰ ਠੁੰਗਾ ਮਾਰਦੀਆਂ ਨੇ। ਤੇ ਗੁਰਮੁਖੋ ਡਰ ਕੇ ਉੱਠਿਆ, ਉੱਠ ਕੇ ਪਾਣੀ ਪੀਤਾ, ਗੁਰੂ ਗੁਰੂ ਕਰਦਾ ਫਿਰ ਸੌਂ ਗਿਆ। ਜਦ ਫਿਰ ਸੁੱਤਾ, ਇਸ ਦੇ ਸੁੱਤੇ ਪਏ ਉੱਪਰ ਸੱਪ ਚੜ ਗਏ ਤੇ ਗੁਰਮੁਖੋ ਫਿਰ ਇਸ ਨੂੰ ਜਾਗ ਆਈ, ਸੁਪਨਾ ਖੁੱਲਿਆ, ਫਿਰ ਜਾਗ ਆਈ। ਫਿਰ ਕਦੇ ਸੁਪਨੇ ਵਿੱਚ ਕਦੇ ਕੁਝ ਬਣਦਾ ਹੈ, ਕਦੇ ਕੁਝ ਬਣਦਾ ਹੈ। ਤੇ ਪਾਤਸ਼ਾਹ ਜੀ ਇਸੇ ਤਰ੍ਹਾਂ ਗੁਰਮੁਖੋ ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਦੇ ਚਰਨਾਂ ਤੇ ਗੁਰੂ ਕੇ ਚਰਨਾਂ ਵਿੱਚ ਗਿਆ। ਗੁਰੂ ਪਾਤਸ਼ਾਹ ਜੀ ਅੱਗੇ ਜਾਣ ਦੀ ਤਿਆਰੀ ਕਰ ਰਹੇ ਸਨ ਤੇ ਸਤਿਗੁਰਾਂ ਨੂੰ, ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੇਰਾ ਜੰਮਨ ਮਰਨ ਕਰ ਦਿਓ, ਜਿਹੜਾ ਤੁਸੀਂ ਕਹਿੰਦੇ ਸੀ ਤੇਰੇ 14 ਜਨਮ ਪਏ ਨੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸ਼ਮੀਰਿਆ ਕਿਹੜੇ 14 ਜਨਮਾਂ ਦੀ ਗੱਲ ਕਰਦਾ ਹੈ? ਤੂੰ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਜਿਹੜੇ 14 ਜਨਮ ਤੂੰ ਬੇਅਮਰਤੀਆ ਹੋ ਕੇ ਗੁਜ਼ਾਰਨੇ ਸਨ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਗਿਆ। ਗੁਰੂ ਨੇ ਪਹਿਲੀ ਰਾਤ ਵਿੱਚ ਹੀ ਤੇਰੇ 14 ਜਨਮ ਕੱਟ ਦਿੱਤੇ, ਪਹਿਲੀ ਰਾਤ ਵਿੱਚ ਹੀ ਤੇਰਾ ਜੀਵਨ ਉਹ ਲੇਖਾ ਖਤਮ ਹੋ ਗਿਆ। ਕਿਉਂਕਿ ਗੁਰਮੁਖੋ ਅੰਮ੍ਰਿਤ ਦੀ ਇਹ ਤਾਕਤ ਹੈ, ਜਿਸ ਨੇ ਅੰਮ੍ਰਿਤ ਛਕਿਆ ਗੁਰੂ ਵਾਲਾ ਬਣ ਗਿਆ, ਗੁਰੂ ਦੀ ਮੰਨ ਲਈ, ਗੁਰੂ ਨੇ ਜੰਮਨ ਮਰਨ ਤੋਂ ਰਹਿਤ ਕਰ ਦਿੱਤਾ। ਗੁਰੂ ਨੇ ਗੁਰਮੁਖੋ ਇਸ ਦਾ ਜੀਵਨ ਖੁਆਰ ਹੋਣਾ ਤੋਂ ਬਚਾ ਲਿਆ, ਗੁਰੂ ਨੇ ਇਸ ਜੀਵਨ ਵਿੱਚ ਹੀ ਮੁਕਤ ਕਰ ਦਿੱਤਾ। ਅੰਮ੍ਰਿਤ ਕੋਈ ਛੋਟੀ ਮੋਟੀ ਬਾਤ ਨਹੀਂ। ਸਾਡੇ ਵਾਲੇ ਭਾਗਾਂ ਵਾਲਿਓ, ਅੱਜ ਦੇ ਹਾਲਾਤ ਐਸੇ ਨੇ, ਅੰਮ੍ਰਿਤ ਛਕਣ ਤੋਂ ਜਿਹੜੇ ਗੁਰੇਜ਼ ਕਰਦੇ ਨੇ, ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਅੱਜ ਵੀ ਠੋਕਰਾਂ ਖਾਵੇਂਗਾ, ਕੱਲ ਵੀ ਠੋਕਰਾਂ ਖਾਵੇਂਗਾ। ਜਿਸ ਨੇ ਗੁਰੂ ਦੀ ਸੁਣ ਲਈ ਹਰ ਬਿਸਰਤ, ਸਦਾ ਖੁਆਰੀ। ਰੱਬ ਜੀ ਦੇ ਨਾਮ ਨੂੰ ਵਿਸਾਰਿਆ, ਗੁਰੂ ਦੀ ਨਾ ਮੰਨੀ, ਗੁਰੂ ਦੀ ਨਾ ਸੁਣੀ, ਸਦਾ ਖੁਆਰ ਹੋਵੇਗਾ। ਤਾਂ ਕੋ ਧੋਖਾ ਕਹਾਂ ਵਿਆਪੈ,
ਉਹ ਕਦੀ ਧੋਖੇ ਵਿੱਚ ਨਹੀਂ ਆਉਂਦੇ। ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੇ ਗੁਰੂ ਕੀ ਓਟ ਲੈ ਲਈ, ਗੁਰੂ का सहारा, गुरु की आस तक ले। इसलिए गुरु पातशाह जी कह रहे हैं, अमृत पीवो सदा चिर जीवो, हर सिमरत अनंत अनंता। पातशाह जी कह रहे हैं, अमृत जिसने पीता उसने अपने जीवन ਨੂੰ ਸਫਲ ਕਰ ਲਿਆ। ਇਸ ਲਈ ਭਾਗਾਂ ਵਾਲਿਓ, ਅੰਮ੍ਰਿਤ ਦੀ ਦਾਤ ਬੜੀ ਅਮੋਲਕ ਹੈ, ਇਸ ਨੂੰ ਛਕੀਏ, ਜੀਵਨ ਵਿੱਚ ਸੁਖੀ ਹੋਈਏ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸ਼ਮੀਰਿਆ ਤੇਰਾ ਜੰਮਣ ਮਰਨ ਕੱਟਿਆ ਗਿਆ, ਤੇਰੇ ਜੀਵਨ ਦੇ ਵਿੱਚੋਂ ਪਾਤਸ਼ਾਹ ਜੀ ਕਹਿ ਰਹੇ ਹਨ ਕਲ ਕਲੇਸ਼ ਖਤਮ ਹੋ ਗਏ, ਤੇਰਾ ਮਨ ਸੁਖਾਲਾ ਰਹੇਗਾ। ਗੁਰੂ ਗੁਰੂ ਜਪਦਾ ਰਹੀਂ, ਗੁਰੂ ਨੂੰ ਕਦੀ ਨਾ ਵਿਸਾਰੀ, ਰੱਬ ਦੇ ਨਾਲ ਜੁੜਿਆ ਰਹੀ, ਕਰਤਾਰ ਨੂੰ ਧਿਆਉਂਦਾ ਰਹੀ, ਜੀਵਨ ਮੁਕਤ ਹੋ ਗਿਆ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖੀ ਕੇਸਾਂ ਸਵਾਸਾਂ ਨਾਲ ਨਵ ਜਾਵੇਗੀ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸ਼ਮੀਰੇ ਨੂੰ ਅੰਮ੍ਰਿਤ ਦੀ ਦਾਤ ਦੇਣੀ ਕੀਤੀ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਜਦੋਂ ਗੁਰੂ ਗੁਰਮੁਖੋ ਮਨ ਦੇ ਅੰਦਰ ਬੰਨ ਲਾ ਦੇਵੇ, ਮਨ ਦੇ ਵਿੱਚ ਫਿਰ ਵਿਕਾਰ ਹਾਵੀ ਨਹੀਂ ਹੁੰਦੇ, ਮਨ ਵਿੱਚ ਭਾਗਾਂ ਵਾਲਿਓ ਕੋਈ ਗੰਦੇ ਵਿਚਾਰ ਹਾਵੀ ਨਹੀਂ ਹੁੰਦੇ, ਗੰਦੇ ਵਿਚਾਰ ਗੰਦੇ ਖਿਆਲ ਮਨ ਵਿੱਚ ਨਹੀਂ ਆਉਂਦੇ। ਹੋਈ ਸਰਬ ਕਲਿਆਣ, ਗੁਰੂ ਨੇ ਰਹਿਮਤ ਦੇ ਕੇ ਇਸ ਬੰਦੇ ਦੀ ਵਿਕਾਰਾਂ ਭਰੇ ਮਨੁੱਖ ਦੇ ਕਲਿਆਣ ਕਰ ਦਿੱਤੀ, ਜੀਵਨ ਮੁਕਤ ਕਰ ਦਿੱਤਾ ਜੀ। ਹਮਰੀ ਗਣਤ ਨਾ ਗਣੀਆਂ ਕਾਈ, ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਸਾਨੂੰ ਦਾਤਾਂ ਦਿੰਦਾ ਹੈ, ਕਦੀ ਗੁਰਮੁਖੋ ਦਾਤਾਂ ਗਿਣੀਆਂ ਨਹੀਂ, ਪਰ ਸਾਡੇ ਹਾਲਾਤ ਐਸੇ ਨੇ, ਗੁਰੂ का ਨਾਮ ਜਪਦੇ ਹਾਂ ਤਾਂ ਵੀ ਗਿਣਤੀਆਂ ਕਰਕੇ ਮੈਂ ਸਿਮਰਨ ਕੀਤਾ ਇਤਨੇ ਵਾਰ, ਮੈਂ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਇੰਨੇ ਵਾਰ, ਮੈਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਇੰਨੇ ਵਾਰ, ਮੈਂ ਇਤਨਾ ਸਮਾਂ ਇਤਨਾ ਟਾਈਮ ਗੁਰੂ का ਸਿਮਰਨ ਕਰਨ ਵਾਸਤੇ ਬਹਿਣਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਨੇ ਸਾਨੂੰ ਅਨੇਕਾਂ ਦਾਤਾਂ ਦਿੱਤੀਆਂ, ਸਰੀਰ ਦਿੱਤਾ, ਪਦਾਰਥ ਦਿੱਤੇ, ਧਨ ਦੌਲਤ ਦਿੱਤਾ। ਪਾਤਸ਼ਾਹ ਜੀ ਕਹਿ ਰਹੇ ਹਨ, ਕੋਠੇ ਮੰਡਪ ਮਹਿਲ ਦੇਣੇ ਕੀਤੇ, ਪਰ ਗੁਰੂ ਪਾਤਸ਼ਾਹ ਜੀ ਨੇ ਕਦੀ ਚਿਤਾਰਿਆ ਨਹੀਂ, ਕਦੀ ਸੁਣਾਇਆ ਨਹੀਂ। ਹਮਰੀ ਗਣਤ ਨਾ ਗਣੀਆਂ ਕਾਏ, ਗੁਰੂ ਕਦੀ ਗਿਣਤੀਆਂ ਵਿੱਚ ਨਹੀਂ ਪਿਆ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਆਪਣੇ ਬਿਰਦ ਦੀ ਲਾਜ ਰੱਖਦਾ ਹੈ, ਕਿਉਂਕਿ ਇਹ ਗੁਰੂ का ਸੁਭਾਅ ਹੈ, ਗੁਰੂ की ਆਦਤ ਹੈ। ਗੁਰੂ ਅਨੇਕਾਂ ਦਾਤਾਂ ਦੇ ਕੇ ਨਿਵਾਜਦਾ ਹੈ, ਪਰ ਗੁਰਮੁਖੋ ਦਾਤਾਂ ਲੈਣ ਵਾਲਾ ਬੰਦਾ ਗੁਰੂ का ਸਿਮਰਨ ਵੀ ਗਿਣਤੀਆਂ ਦੇ ਨਾਲ ਕਰਦਾ ਹੈ। ਹਾਥ ਦੇ ਰਾਖੇ ਕਰੇ ਆਪਣੇ, ਗੁਰੂ ਆਪਣੇ ਪਿਆਰਿਆਂ ਆਪਣੇ ਸੇਵਕਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ। ਸਦਾ ਸਦਾ ਰੰਗ ਮਾਰ, ਉਹ ਸਦਾ ਸਦਾ ਰੱਬ ਜੀ ਦੇ ਨਾਮ ਰੂਪੀ ਰੰਗ ਦੇ ਵਿੱਚ ਮਸਤ ਰਹਿੰਦੇ ਨੇ, ਰੰਗੇ ਰਹਿੰਦੇ ਨੇ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੀ ਸੰਖੇਪ ਜੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜੀ। ਸਤਿਗੁਰੂ ਜੀ ਅਤੇ ਆਪ ਸਰਵਾ ਸੰਗਤਾਂ ਬਖਸ਼ਣਯੋਗ ਹੋ ਜੀ, ਬਖਸ਼ ਲੈਣਾ। ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ। ਆਪਣੇ ਬੱਚਿਆਂ, ਸੰਗੀਆਂ, ਸਾਥੀਆਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜੋ ਜੀ, ਤਾਂ ਕਿ ਮਾੜੀ। ਸੋ ਭਗਤ ਕਬੀਰ ਸਾਹਿਬ ਜੀ ਕੀ ਰਹਿਮਤ ਕੀ ਬਖਸ਼ਿਸ਼, ਹੁਕਮ ਦੁਆਰਾ, ਸ਼ਬਦ ਦੁਆਰਾ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਭਾਵਨਾ ਪਿਆਰ ਦੇ ਨਾਲ ਗੁਰ ਉਪਦੇਸ਼ ਨੂੰ ਰਲ ਮਿਲ ਕੇ ਵਿਚਾਰਨ ਦਾ, ਸਮਝਣ ਦਾ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਗੁਰੂ ਕਿਰਪਾ ਸਦਕਾ ਯਤਨ ਕਰੀਏ ਜੀ। ਦਿਨ ਤੇ ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਅੱਜ ਦਾ ਪਾਵਨ ਪਵਿੱਤਰ ਮੁਬਾਰਕ ਉਪਦੇਸ਼ ਭਗਤ ਕਬੀਰ ਜੀ ਇਸ ਹੁਕਮ ਦੁਆਰਾ ਜੋ ਰਹਿਮਤਾਂ ਕਰ ਰਹੇ ਨੇ, ਬੰਦੇ ਨੂੰ ਸਮਝਾ ਰਹੇ ਨੇ, ਇਹ ਬੰਦੇ ਤੇਰੇ ਜੀਵਨ ਦੇ ਵਿੱਚੋਂ ਦਿਨ ਘਟਦੇ ਜਾ ਰਹੇ ਨੇ, ਤੇਰੇ ਜੀਵਨ ਦੇ ਵਿੱਚੋਂ ਪੈਰ ਘਟਦੇ ਜਾ ਰਹੇ ਨੇ, ਤੇਰੇ ਜੀਵਨ ਦੇ ਵਿੱਚੋਂ ਘੜੀਆਂ ਘਟਦੀਆਂ ਜਾ ਰਹੀਆਂ ਨੇ,
ਤੇ ਅੱਗੇ ਬਾਬਾ ਕਬੀਰ ਜੀ ਕਹਿ ਰਹੇ ਨੇ, ਆਪ ਘਟੈ ਤਨ ਸੀਜੈ। ਆਪ ਤੋਂ ਭਾਵ ਉਮਰ ਘਟਦੀ ਜਾ ਰਹੀ ਹੈ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਤਨ ਸੀਜੈ, ਸੀਜੈ ਤੋਂ ਭਾਵ ਤਨ ਦਿਨੋਂ ਦਿਨ ਕਮਜ਼ੋਰ ਹੋਈ ਜਾ ਰਿਹਾ ਹੈ। ਇਸ ਤਨ ਨੂੰ ਵਡੇਪੇ ਨੇ ਘੇਰ ਲਿਆ। ਦਿਨੋਂ ਦਿਨ ਤਨ ਤੇਰਾ ਖਤਮ ਹੋਣ ਦੀ ਕਗਾਰ ਤੇ ਪਹੁੰਚ ਰਿਹਾ ਹੈ, ਕਿਉਂਕਿ ਮਨ ਰੂਪੀ ਖਜ਼ਾਨੇ ਦੇ ਵਿੱਚੋਂ, ਸਰੀਰ ਰੂਪੀ ਖਜ਼ਾਨੇ ਵਿੱਚੋਂ ਦਿਨੋਂ ਦਿਨ ਸਵਾਸ ਨਿਕਲਦੇ ਜਾ ਰਹੇ ਨੇ, ਦਿਨੋਂ ਦਿਨ ਸਵਾਸ ਘਟਦੇ ਜਾ ਰਹੇ ਨੇ। ਇਸ ਲਈ ਬਾਬਾ ਕਬੀਰ ਜੀ ਰਹਿਮਤ ਕਰਕੇ ਸਮਝਾ ਰਹੇ ਨੇ, ਐ ਬੰਦੇ ਇਹਨਾਂ ਸਵਾਸਾਂ ਨੂੰ ਸਫਲ ਕਰ, ਕਿਉਂਕਿ ਜਿੰਨੇ ਸਵਾਸ ਦੁਨੀਆ ਤੇ ਆ ਕੇ ਸੰਗਤ ਵਿੱਚ ਚੰਗੇ ਕੰਮਾਂ ਦੇ ਵਿੱਚ ਗੁਜ਼ਾਰੇ, ਕੇਵਲ ਉਹਨੇ ਹੀ ਸਵਾਸ ਲੇਖੇ ਵਿੱਚ ਪੈਣੇ ਨੇ, ਉਹਨੇ ਹੀ ਸਾਲ ਜਿਉਏਗਾ। ਜਿਤਨੇ ਸਵਾਸ ਤੂੰ ਵਿਅਰਥ ਗਵਾ ਦਿੱਤੇ, ਉਤਨੇ ਸਵਾਸ ਤੇਰੇ ਦੁਨੀਆ ਤੇ ਭਾਵੇਂ ਸੁੱਖ ਸਹੂਲਤਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਸੰਸਾਰਕ ਰਸਾਂ ਦੇ ਵਿੱਚ ਗੁਜ਼ਾਰੇ, ਉਹ ਸਾਰੇ ਵਿਅਰਥ ਨੇ। ਇਸ ਲਈ ਭਾਈ ਨੰਦ ਲਾਲ ਜੀ ਕਹਿ ਰਹੇ ਨੇ, ਉਮਰ ਉਹੀ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਰੱਬ ਦੀ ਦਰਗਾਹ ਦੇ ਵਿੱਚ ਉਹ ਉਮਰ ਪ੍ਰਵਾਨੀ ਜਾਵੇਗੀ ਜਿਹੜੀ ਉਮਰ ਵਿਅਰਥ ਚਲੀ ਗਈ, ਜਿਹੜੀ ਰੱਬ ਦੀ ਯਾਦ ਤੋਂ ਬਿਨਾਂ ਗੁਜ਼ਾਰੀ ਗਈ। ਇਸ ਲਈ ਗੁਰਮੁਖੋ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਐ ਬੰਦੇ ਸਚੇਤ ਹੋਣਾ ਕਰ, ਜਾਗਣਾ ਕਰ, ਕਿਉਂਕਿ ਅੱਗਾ ਨੇੜਾ ਆਇਆ, ਪਿੱਛਾ ਰਹਿਆ ਦੂਰ। ਜਿਤਨੇ ਸਵਾਸ ਸਮਾਂ ਉਮਰ ਬੀਤ ਗਏ ਉਹ ਦੂਰ ਹੋ ਗਿਆ, ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਆਉਣ ਵਾਲਾ ਸਮਾਂ ਕਾਲ ਨੇੜੇ ਆ ਰਿਹਾ ਹੈ। ਇਸ ਲਈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਾਨੂੰ ਸਮਝਾ ਰਹੀ ਹੈ, ਐ ਬੰਦੇ ਉਸ ਰੱਬ ਜੀ ਨੂੰ ਧਿਆਉਣਾ ਕਿਵੇਂ ਹੈ, ਜਪਣਾ ਕਿਵੇਂ ਹੈ, ਉਸ ਕਰਤੇ ਦੀਆਂ ਵਡਿਆਈਆਂ ਕਿਵੇਂ ਕਰਨੀਆਂ ਨੇ। ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਬੋਲ ਹਨ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਦੀ ਧਰਤੀ ਤੇ ਗੁਰਮੁਖੋ ਸਤਿਗੁਰੂ ਜੀ ਕੇਸੀ ਇਸ਼ਨਾਨ ਕਰਕੇ ਗੁਰਮੁਖੋ ਕੇਸ ਆਪਣੇ ਸੁਕਾ ਰਹੇ ਨੇ, ਤੇ ਭਾਈ ਨੰਦ ਲਾਲ ਵੀ ਸਤਿਗੁਰਾਂ ਦੇ ਪਾਸ ਹੈ। ਸਤਿਗੁਰਾਂ ਨੂੰ ਗੁਰਮੁਖੋ ਚਰਨਾਂ ਵਿੱਚ ਬੇਨਤੀ ਕੀਤੀ। ਬੜੀ ਠੰਡੀ ਸ਼ੀਤ ਹਵਾ ਪਹਾੜੀਆਂ ਦੇ ਵਿੱਚ ਵਗ ਰਹੀ ਹੈ, ਤੇ ਸਤਿਗੁਰਾਂ ਨੂੰ ਕਿਹਾ, ਮਹਾਰਾਜ ਰਹਿਮਤ ਕਰਿਓ। ਜਦੋਂ ਇਹ ਨੰਦ ਲਾਲ ਤੁਹਾਡਾ ਸੇਵਕ, ਜਦੋਂ ਨੰਦ ਲਾਲ ਸਰੀਰ ਛੱਡੇ, ਮੇਰਾ ਅੰਤਮ ਸੰਸਕਾਰ ਹੋਵੇਗਾ। ਅੰਤਮ ਸੰਸਕਾਰ ਤੋਂ ਬਾਅਦ ਮੇਰੇ ਸਿਵੇ ਦੀ ਸਭਾ ਨੂੰ ਐਸੀ ਰਹਿਮਤ ਕਰਿਓ, ਆਨੰਦਪੁਰ ਦੀਆਂ ਗਲੀਆਂ ਦੇ ਵੱਲ ਉਸ ਹਵਾ ਨੂੰ ਚਲਾ ਦਿਓ। ਮੇਰੇ ਸਿਵੇ ਦੀ ਸਭਾ ਉੱਡ ਕੇ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਆਵੇ, ਤੇ ਪਾਤਸ਼ਾਹ ਜੀ ਜਿੱਧਰ ਦੀ ਤੁਸੀਂ ਲੰਘਣਾ ਹੋਵੇ ਉਸ ਉਹਨਾਂ ਗਲੀਆਂ ਦੇ ਵਿੱਚ ਮੇਰੀ ਸਭਾ ਹੋਵੇ, ਤੇ ਮੇਰੇ ਮਰਨ ਤੋਂ ਬਾਅਦ ਵੀ ਮੇਰੇ ਸਰੀਰ ਦੀ ਸਭਾ ਦੇ ਉੱਪਰ ਤੁਹਾਡੇ ਚਰਨ ਪੈਣ। ਪਾਤਸ਼ਾਹ ਜੀ ਗੁਰਮੁਖੋ ਅਲੌਕਿਕ ਸਮੇਂ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਇਤਨਾ ਪਿਆਰ ਭਾਈ ਨੰਦ ਲਾਲ ਦਾ ਦੇਖ ਕੇ ਛਾਤੀ ਦੇ ਨਾਲ ਲਗਾਇਆ। ਭਾਈ ਨੰਦ ਲਾਲ ਜੀ ਦੇ ਗੁਰਮੁਖੋ ਪਾਵਨ ਬੋਲ ਨੇ ਕਹਿਣ ਲੱਗੇ, ਐ ਵਗਦੀ ਹਵਾ ਇੱਕ ਮੇਰੇ ਤੇ ਅਹਿਸਾਨ ਕਰ ਦੇਈਂ, ਗੁਰੂ ਦਰੋਂ ਨਾ ਚੁੱਕ ਲਿਜਾਵੀਂ। ਐ ਵਗਦੀ ਹਵਾਏ, ਕਹਿਣ ਲੱਗੇ ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਨੇਹੋ ਲਗਾਏ। ਨਹੀਂ ਦੁਨੀਆ ਦੇ ਲੋਕ ਮੈਨੂੰ ਤਾਨੇ ਮਾਰਨਗੇ, ਇਹਨੇ ਆਪਣਾ ਪਿਆਰ ਥਾਂ ਥਾਂ ਤੇ ਪਾਇਆ, ਇਹਨੇ ਆਪਣਾ ਸਿਰ ਥਾਂ ਥਾਂ ਤੇ ਝੁਕਾਇਆ। ਮੈਨੂੰ ਗੁਰੂ ਦਰ ਜੋਗਾ ਹੀ ਰਹਿਣ ਦੀ, ਮੈਂ ਤੇ ਜਿਉਂਦਾ ਵੀ ਗੁਰੂ ਦੇ ਦਰ ਜੋਗਾ ਹਾਂ, ਮਰਨ ਤੋਂ ਬਾਅਦ ਵੀ ਗੁਰੂ ਕੇ ਦਰ ਤੇ ਰਹਿਣਾ ਚਾਹੁੰਦਾ ਹਾਂ। ਮਰਨ ਤੋਂ ਬਾਅਦ ਵੀ ਮੈਂ ਗੁਰੂ ਦਾ ਦਰ ਨਹੀਂ ਛੱਡਣਾ ਚਾਹੁੰਦਾ, ਕਿਉਂਕਿ ਭਾਗਾਂ ਵਾਲਿਓ ਜਿਨ੍ਹਾਂ ਨੇ ਗੁਰੂ ਦੇ ਨਾਲ ਪਿਆਰ ਕੀਤਾ, ਗੁਰੂ ਨੇ ਆਪਣੇ ਅੰਦਰ ਸਮਾ ਲਏ, ਗੁਰੂ ਨੇ ਆਪਣੇ ਵਿੱਚ ਇਕਮਿਕ ਕਰ ਲਏ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵੀ ਸਾਨੂੰ ਸਮਝਾ ਰਹੀ ਹੈ, ਜਦੋਂ ਪੰਜ ਪਿਆਰੇ ਸਹਿਬਾਨ ਗੁਰੂ ਦਾ ਰੂਪ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਤੇ ਭਾਗਾਂ ਵਾਲਿਓ ਅੰਮ੍ਰਿਤ ਛਕਾਉਣ ਤੋਂ ਬਾਅਦ ਉਸ ਬੰਦੇ ਨੂੰ ਇਹ ਕਹਿ ਦਿੰਦੇ ਨੇ,
ਅੱਜ ਤੋਂ ਬਾਅਦ ਤੇਰਾ ਨਵਾਂ ਜਨਮ ਹੋਇਆ ਹੈ। ਅੱਜ ਤੋਂ ਬਾਅਦ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਤੂੰ ਆਨੰਦਪੁਰ ਦਾ ਵਾਸੀ ਹੈ। ਅੱਜ ਤੋਂ ਬਾਅਦ ਤੇਰਾ ਪਿਛਲਾ ਜੀਵਨ, ਅੱਜ ਤੋਂ ਬਾਅਦ ਤੇਰੇ ਪਿਛਲੇ ਕੀਤੇ ਕਰਮ, ਅੱਜ ਤੋਂ ਬਾਅਦ ਤੇਰੇ ਕੀਤੇ ਪਿਛਲੇ ਵਕਾਰ ਪਾਪ ਸਾਰੇ ਖਤਮ ਨੇ। ਅੱਜ ਤੋਂ ਬਾਅਦ ਤੂੰ ਚੰਗੇ ਕਰਮ ਕਰੇਗਾ, ਉਹ ਲੇਖੇ ਵਿੱਚ ਪੈਣਗੇ। ਕਿਉਂਕਿ ਗੁਰਮੁਖੋ ਅੰਮ੍ਰਿਤ ਛਕਣ ਤੋਂ ਪਹਿਲੋਂ ਜਿਹੜਾ ਪਿਛਲਾ ਜੀਵਨ ਸੀ ਉਹ ਸਾਰਾ ਪੰਜ ਪਿਆਰੇ ਸਹਿਬਾਨ ਗੁਰਮੁਖੋ ਖਤਮ ਕਰ ਦਿੰਦੇ ਨੇ। ਪੰਜ ਪਿਆਰੇ ਸਹਿਬਾਨ ਕਹਿੰਦੇ ਨੇ ਅੱਜ ਤੋਂ ਬਾਅਦ ਪਿਛਲੇ ਤੇਰੇ ਕਰਮ ਧਰਮ, ਪਿਛਲੇ ਕੀਤੇ ਪਾਪ, ਪਿਛਲੇ ਕੀਤੇ ਕਰਮ ਸਾਰੇ ਖਤਮ ਨੇ। ਅੱਜ ਤੋਂ ਬਾਅਦ ਤੇਰਾ ਨਵਾਂ ਜੀਵਨ ਸ਼ੁਰੂ ਹੈ। ਇਸ ਲਈ ਭਾਗਾਂ ਵਾਲਿਓ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਜੀਵਨ ਵਿੱਚ ਲਾਗੂ ਕਰ ਲਈਏ। ਇੱਕ ਸੱਜਣ ਕਹਿੰਦਾ ਹੈ, ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖ ਦਾ ਇਹ ਫਰਜ਼ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ। ਇਸ ਲਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਇਸ ਅੰਮ੍ਰਿਤ ਨੂੰ ਗੁਰਮੁਖੋ ਬੰਦੇ ਨੇ ਆਪਣੇ ਹਿਰਦੇ ਅੰਦਰ ਉਤਾਰਨਾ ਹੈ। ਅੰਮ੍ਰਿਤ ਬਾਣੀ ਗੁਰੂ ਕੀ ਹੈ, ਇਸ ਲਈ ਗੁਰੂ ਕੀ ਬਾਣੀ ਨੂੰ ਸਮਝਣਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਦਿਨੋਂ ਦਿਨ ਤਨ ਥੋਥਲਾ ਹੋ ਰਿਹਾ ਹੈ। ਦਿਨੋਂ ਦਿਨ ਤਨ ਦੇ ਵਿੱਚੋਂ ਸਵਾਸ ਘਟਦੇ ਜਾ ਰਹੇ ਨੇ। ਦਿਨੋਂ ਦਿਨ ਤੇਰਾ ਸਮਾਂ ਘਟਦਾ ਜਾ ਰਿਹਾ ਹੈ। ਤੂੰ ਦਿਨੋਂ ਦਿਨ ਮੌਤ ਦੇ ਨਜ਼ਦੀਕ ਪਹੁੰਚ ਰਿਹਾ ਹੈ। ਇਸ ਲਈ ਕਾਲ ਅਹੇਰੀ ਫਿਰੈ ਬਦਕ ਜਾਉ, ਕਾਲ ਤੇਰੇ ਸਿਰ ਤੇ ਹਰ ਸਮੇਂ ਮੰਡਰਾ ਰਿਹਾ ਹੈ। ਕਹੋ ਕਵਨ ਬਿਦ ਕੀਜੈ, ਐ ਬੰਦੇ ਦੱਸ ਕਿਹੜੇ ਤਰੀਕੇ ਸਦਕਾ ਇਸ ਕਾਲ ਤੋਂ ਬਚ ਸਕਦਾ ਹੈ। ਕਿਉਂਕਿ ਕਾਲ ਦੇ ਅੱਗੇ ਜ਼ੋਰ ਨਹੀਂ ਚੱਲੇਗਾ। ਮੌਤ ਇੱਕ ਅਟਲ ਸਚਾਈ ਹੈ। ਇਸ ਮੌਤ ਨੇ ਤੇ ਆਉਣਾ ਹੀ ਆਉਣਾ ਹੈ। ਬੰਦਾ ਕਹਿ ਦਿੰਦਾ ਹੈ ਸਵੇਰੇ ਮੌਤ ਦਾ ਨਾਂ ਨਹੀਂ ਲੈਣਾ, ਸ਼ਾਮ ਨੂੰ ਮੌਤ ਦਾ ਨਾਂ ਨਹੀਂ ਲੈਣਾ। ਕਿਉਂਕਿ ਗੁਰਮੁਖੋ ਨਾ ਕਿਸੇ ਦੇ ਕਹਿਣ ਤੋਂ ਮੌਤ ਆਉਣ ਲੱਗੀ ਹੈ, ਨਾ ਕਿਸੇ ਦੇ ਕਹਿਣ ਤੋਂ ਗੁਰਮੁਖੋ ਮੌਤ ਉਮਰ ਵਧਣ ਲੱਗੀ ਹੈ, ਨਾ ਕਿਸੇ ਦੇ ਕਹਿਣ ਤੇ ਇਹ ਉਮਰ ਘਟਣ ਲੱਗੀ ਹੈ। ਕਿਉਂਕਿ ਜਿਤਨੇ ਸਵਾਸ ਮਿਲੇ ਨੇ ਭੋਗਣੇ ਉਤਨੇ ਨੇ, ਜਿਤਨਾ ਸਮਾਂ ਮਿਲਿਆ ਹੈ ਭੋਗਣਾ ਉਤਨਾ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਇਸ ਮੌਤ ਤੋਂ ਕਿਸੇ ਤਰੀਕੇ ਦੇ ਨਾਲ ਬਚ ਨਹੀਂ ਸਕਦਾ। ਕਾਲ ਅਹੇਰੀ ਫਿਰੈ ਬਦਕ ਜਾਉ, ਕਹੋ ਕਵਨ ਬਿਦ ਕੀਜੈ, ਕਿਸ ਤਰੀਕੇ ਦੇ ਨਾਲ ਇਸ ਸਮੇਂ ਤੋਂ ਬਚ ਸਕਦਾ ਹੈ। ਸੋ ਦਿਨ ਆਵਨ ਲਾਗਾ, ਉਹ ਦਿਨ ਨਜ਼ਦੀਕ ਆ ਰਿਹਾ ਹੈ ਜਿਹੜਾ ਮੌਤ ਦਾ ਦਿਨ, ਮੌਤ ਦਾ ਸਮਾਂ ਮੁਕਰਰ ਕੀਤਾ ਹੈ। ਮਾਤ ਪਿਤਾ ਭਾਈ ਸੁਤ ਬਣਤਾ, ਤੇਰੇ ਮਾਤਾ ਪਿਤਾ ਭਾਈ ਤੋਂ ਭਾਵ ਭਰਾ, ਸੁਤ ਤੋਂ ਭਾਵ ਤੇਰੀ ਇਸਤਰੀ, ਸੁਤ ਤੋਂ ਭਾਵ ਤੇਰੇ ਧੀਆਂ ਪੁੱਤਰ, ਬਣਤਾ ਤੋਂ ਭਾਵ ਇਸਤਰੀ। ਕਹੋ ਕਉ ਹੈ ਕਾਕਾ, ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਦੁਨੀਆ ਤੇ ਆਇਆ ਸੀ, ਇਕੱਲਾ ਆਇਆ ਸੀ, ਨਗਨ ਅਵਸਥਾ ਵਿੱਚ ਆਇਆ ਸੀ। ਚੇਤਾ ਰੱਖੀ ਦੁਨੀਆ ਤੋਂ ਜਾਵੇਂਗਾ, ਭੈਣ ਭਰਾ ਧੀਆਂ ਪੁੱਤਰ ਇਸਤਰੀ, ਇਹਨਾਂ ਵਿੱਚੋਂ ਤੇਰੇ ਨਾਲ ਕੋਈ ਵੀ ਨਾਲ ਤੁਰਨ ਵਾਲਾ ਨਹੀਂ। ਜਿਹੜੇ ਕਹਿੰਦੇ ਸਨ ਇਸ ਤੋਂ ਬਿਨਾ ਸਾਡਾ ਇੱਕ ਪਲ ਨਹੀਂ ਸਰਦਾ, ਅਸੀਂ ਤੇ ਇਸ ਨੂੰ ਦੇਖ ਕੇ ਜਿਉਣੇ ਹਾਂ। ਜਦੋਂ ਕਾਲ ਨੇ ਆ ਕੇ ਘੇਰਨਾ ਹੈ ਸਾਰੇ ਸਾਥ ਛੱਡ ਜਾਣਗੇ। ਪਾਤਸ਼ਾਹ ਜੀ ਕਹਿਣ ਲੱਗੇ ਕੋ ਨਾ ਆਵਤ ਨੇੜੈ, ਫਿਰ ਕੋ ਨੇੜੇ ਨਹੀਂ ਆਉਂਦਾ, ਕੋਈ ਵੀ ਸਾਥ ਚੱਲਣ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਐ ਬੰਦੇ ਸੁਚੇਤ ਹੋਣਾ ਕਰ, ਜਾਗਣਾ ਕਰ। ਇਕੱਲਾ ਆਇਆ ਸੀ, ਇਕੱਲੇ ਨੂੰ ਜਾਣਾ ਪਵੇਗਾ, ਇਕੱਲੇ ਨੂੰ ਲੇਖਾ ਦੇਣਾ ਪਵੇਗਾ। ਇਸ ਲਈ ਗੁਰੂ ਕੀ ਸੰਗਤ ਕਰ, ਗੁਰੂ ਕੀ ਇਬਾਦਤ ਕਰ, ਤਾਂ ਕਿ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਸਕੀਏ। ਸੋ ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਦੀ ਰਹਿਮਤ ਪਾਤਸ਼ਾਹ ਜੀ ਕਰ ਰਹੇ ਨੇ, ਆਓ ਭਾਵਨਾ ਦੇ ਨਾਲ ਸਮਝੀਏ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਪੰਚਮ ਗੁਰਦੇਵ ਸਤਿਗੁਰੂ ਜੀ ਕਹਿ ਰਹੇ ਨੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਂ ਤੇਰੇ ਚਰਨਾਂ ਵਿੱਚ ਆਇਆ ਹਾਂ। ਆਪ ਰਹਿਮਤ ਕਰੋ, ਸੋਝੀ ਦੇਣੀ ਕਰੋ, ਮਤ ਦੇਣੀ ਕਰੋ। ਮੈਨੂੰ ਸੰਸਾਰ ਦੇ ਵਿੱਚ ਡਿੱਗਦੇ ਢਹਿੰਦੇ ਨੂੰ ਆਪਣਾ ਸਹਾਰਾ ਦਿਓ। ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਜਦੋਂ ਗੁਰੂ ਕਾ ਸਹਾਰਾ
गुरु की ओट अपने मन विच टिका ले, तिस साहिब की टेक नानक मनै माहे, जिस सिमरत सुख होए। जिस गुरु दी बाणी सिमरदियां, जिस गुरु दी गोद विच बैठिया, जिस गुरु दे चरना विच आया, पातशाह जी कह रहे ने जिस सिमरत सुख होए, जिस नूं सिमरदियां जीवन अंदर सुख आ जान, सगले दुख जाहे। तेरे जीवन विचों सारे दुख ढैंदी कला पातशाह जी कह रहे हैं खत्म हो जाएगी। मन अंदर सुख ही सुख होणगे, क्योंकि संत साजन भये सरसे। सतगुरां ने कहा गुरु के नाम दे रस दे विच मस्त हो जाते ने। सरसे तो भाव सा रसे, भाव रस दे नाल भरपूर, रस दे विच रंगे गए। रस दे नाल पातशाह जी कह रहे हैं मन पर आया, रस दे नाल मन आनंदित हो गया। गुरु के नाम रूपी रस दे अंदर जिन्हां ने ध्याया वो अभेद हो गए, गुरु के नाम रूपी रस दे अंदर मस्त हो गए। ते इसलिए पातशाह जी कह रहे हैं दुख रोग संताप उतरे, सुनी सच्ची बाणी। जदों सच्चे दी बाणी नूं सुन लिया, दुख रोग वकार खंभ ला के उठ जाणगे। भागां वालिओ जदों गुरु दी बाणी ते भरोसा कीता, ਇਹ ਨਹੀਂ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਵੀ ਆਏ, ਹੋਰ ਮੜੀਆਂ ਮਸਾਨਾਂ ਤੇ ਜਾ ਕੇ ਵੀ ਮੱਥੇ ਟੇਕੇ। ਗੁਰੂ ਇਸ ਚੀਜ਼ ਨੂੰ ਗੁਰਮੁਖੋ ਕਦੀ ਪ੍ਰਵਾਹ ਨਹੀਂ ਕਰਦਾ। ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਉਣਾ ਕੀਤਾ, ਕਹਿਣ ਲੱਗੇ ਜਨ ਭੈ ਬਾਣੀ ਅਦਮਨਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਪਾਤਸ਼ਾਹ ਜੀ ਕਹਿ ਰਹੇ ਹਨ ਮੜੈ ਮਸਾਨ ਨਾ ਜਾਏ ਸਿੱਖਾ, ਕਦੀ ਮੜੀਆਂ ਮਸਾਨਾਂ ਤੇ ਮੱਥੇ ਨਾ ਟੇਕੀ, क्योंकि गुरमुखो सिख नूं सतगुरां ने खास तौर ते हदायत कर दिती, जागत जोत जपै निसबासर, एक बिना मन नायक ना आनै। पातशाह जी कह रहे हैं जगदी जोत हाजर नाजर धन गुरु ग्रंथ साहिब पातशाह जी नूं सदा ही सदीव काल समर्पित रही। पातशाह जी कह रहे हैं गुरु तो मुनकर हो करके मड़िया मसाना ते जाएगा ते गुरु भी तेरे ते कदी भरोसा विश्वास नहीं करेगा। इसलिए भागां वालिओ गुरु तो सुख लेने चाहुंदे हां। पातशाह जी कह रहे हैं दुख रोग संताप उतरे, दुख रोग विकार तेरे जीवन विचों चिंतावां झोरे खत्म हो जाणगे। जदों सुनी सच्ची बाणी, जदों सच्चे दी बाणी नूं मन करके सुनना कीता ते भागां वालिओ जदों गुरु दी बाणी गुरु नानक पातशाह जी इधर रीठा साहिब वाली साइड गए ते भागां वालिओ सतगुरां ने रीठे दे पेड़ दे थल्ले बैठ के गुरु पातशाह जी ने अमृत बाणी दा कीर्तन कीता। उस रीठे दे पेड़ दे उपर भी भागां वालिओ गुरु की बाणी दा असर हो गया। असीं हर रोज गुरु की बाणी पढ़दे हां, हर रोज गुरु की बाणी सुनते हाँ, पर साडे ते असर नहीं हो रहा। एक उस फलां दे बूटे ते रीठे दा सुभाव है, वड़ा कौड़ा है, वड़ा कड़तन दे नाल भरिया होया है। जिस पासे गुरु पातशाह जी बैठे सन, जिस पेड़ दे नीचे गुरु पातशाह जी बैठे सन, केवल उसे साइड वाले जिस साइड गुरु नानक देव महाराज बैठे सन, उसे साइड वाले रीठे मिठे हुए, दूसरी साइड वाले रीठे कौड़े सन। मर्दाना जी कहन लगे महाराज भुख लगी है, कोल सिद्ध लोक जोगी लोक भी बैठे ने। गुरु नानक पातशाह जी कहन लगे मर्दानिया भुख लगी है, आ फल लगे ने, आ फल छक लो। मर्दाना जी गुरु नानक पातशाह जी दे चरणां दे विच सतगुरां नूं कदी जवाब नहीं दिता। गुरु नानक पातशाह जी नूं ओ जोगी कहन लगे रीठे दा सुभाव है वड़ा कौड़ा है, वड़ा कड़तन दे नाल जहर वर्गा है, कड़तन नाल भरिया है। गुरु नानक पातशाह जी कहन लगे मर्दानिया रीठे तोड़ आप भी शक, इन्हां नूं भी सिखा। ते गुरमुखो गुरु नानक पातशाह जी दा बचन मान के मर्दाना जी ने रीठे तोड़े, आप भी छके, उन्हां साधुआं नूं भी सिखाउणे कीते। भागां वालिओ गुरु नानक पातशाह जी दे चरणां दे विच ਉਹ साधु भी गुरु ਨੂੰ ਨਤਮਸਤਕ ਹੋ ਗਏ, गुरु ਦੀ ਵਡਿਆਈ ਕਰਨ ਲੱਗੇ। क्योंकि भागां वालिओ
गुरु पातशाह जी ने ऐसी रहमत वरसा दी, क्योंकि जिस वल मेरे गुरु की नजर हो जावे ਉਹਨਾਂ ਉਹ ਕੌੜਿਆਂ ਤੋਂ ਮਿੱਠੇ ਹੋ ਜਾਂਦੇ ਨੇ। ਇਸ ਲਈ ਭਾਗਾਂ ਵਾਲਿਓ, ਜੇ ਗੁਰੂ ਨੂੰ ਸਮਰਪਿਤ ਹੋਵਾਂਗੇ, ਗੁਰੂ ਦੀ ਨਜ਼ਰ ਹੋ ਗਈ। ਚੇਤਾ ਰੱਖਿਓ, ਕੁਕਰਮੀ, ਦੰਭੀ, ਪਾਪੀ, ਵਕਾਰੀਆਂ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰਮੁਖ ਬਣ ਜਾਵੇਂਗਾ। ਗੁਰਮੁਖ ਤਾਂ ਬਣੇਗਾ ਗੁਰੂ ਦੇ ਮੁਖ ਤੋਂ ਨਿਕਲਿਆ ਬਚਨ ਜਦੋਂ ਜੀਵਨ ਅੰਦਰ ਕਮਾਇਆ, ਜੀਵਨ ਅੰਦਰ ਲਾਗੂ ਕਰ ਲਿਆ। ਜਿਸ ਵੱਲ ਗੁਰੂ ਦੀ ਨਜ਼ਰ ਹੋ ਜਾਵੇ ਉਸ ਦੇ ਜੀਵਨ ਵਿੱਚੋਂ ਵਕਾਰ, ਚੁਗਲੀ, ਨਿੰਦਿਆ, ਪਾਪ ਖਤਮ ਹੋ ਕੇ ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਕੇ ਗਿਆਨ ਦੇ ਗੁਣ ਆ ਜਾਂਦੇ ਨੇ, ਗੁਰੂ ਕੀ ਬੰਦਗੀ ਵਾਲੇ ਗੁਣ ਆ ਜਾਂਦੇ ਨੇ, ਗੁਰੂ ਕੀ ਵਡਿਆਈ ਵਾਲੇ ਗੁਣ ਆ ਜਾਂਦੇ ਨੇ। ਇਹ ਭਾਗਾਂ ਵਾਲਿਓ ਡਿਸਾਈਡ ਅਸੀਂ ਕਰਨਾ ਹੈ ਕਿ ਸਤਿਗੁਰਾਂ ਦੀ ਬਾਣੀ ਸੁਣ ਪੜ ਵਿਚਾਰ ਕੇ, ਗੁਰੂ ਦੀ ਬਾਣੀ ਤੇ ਭਰੋਸਾ ਕਰਕੇ ਆਪਣੀ ਮਤ ਨੂੰ ਡਿਵੈਲਪ ਕਰਨਾ ਹੈ, ਜਾਂ ਅਸੀਂ ਸੰਸਾਰ ਦੇ ਮਗਰ ਲੱਗ ਕੇ ਮੜੀਆਂ ਮਸਾਣਾਂ ਤੇ ਜਾ ਕੇ ਆਪਣੇ ਜੀਵਨ ਨੂੰ, ਆਪਣੇ ਜੀਵਨ ਪੱਧਰ ਨੂੰ ਨੀਚਾ ਲੈ ਕੇ ਜਾਣਾ ਹੈ, ਆਪਣੇ ਜੀਵਨ ਪੱਧਰ ਨੂੰ ਖਤਮ ਕਰ ਲੈਣਾ। ਇਹ ਸਾਡੇ ਤੇ ਡਿਪੈਂਡ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਬੰਦਾ ਸੁਤੰਤਰ ਹੈ, ਆਪੇ ਬੀਜ ਆਪੇ ਹੀ ਖਾ, ਜੈਸੇ ਬੀਜੇਗਾ ਤੈਸੇ ਤੇਰੇ ਕਰਮ ਬਣਨਗੇ। ਇਹ ਤੇਰੇ ਕਰਮਾਂ ਦੇ ਉੱਪਰ, ਤੇਰੇ ਕੰਮਾਂ ਦੇ ਉੱਪਰ ਨਵੇੜਾ ਹੋਣਾ ਹੈ। ਤੇਰੇ ਕੰਮਾਂ ਦੇ ਉੱਪਰ ਤੇਰੀ ਕਿਸਮਤ ਡਿਪੈਂਡ ਕਰਦੀ ਹੈ। ਬੰਦੇ ਨੇ ਜੈਸੇ ਕਰਮ ਕੀਤੇ ਵੈਸੇ ਹੀ ਗੁਰਮੁਖੋ ਇਸ ਨੂੰ ਭੋਗਣੇ ਪੈਣਗੇ, ਕਿਉਂਕਿ ਦੁਨੀਆ ਦੇ ਲੋਕ ਕਹਿੰਦੇ ਨੇ ਕਲਯੁਗ ਮਾੜਾ ਹੈ। 10 ਗੁਰੂ ਸਹਿਬਾਨ ਇਸੇ ਕਲਯੁਗ ਦੇ ਸਮੇਂ ਦੇ ਵਿੱਚ ਆਏ, ਪਰ ਗੁਰੂ ਨੇ ਬਾਣੀ ਦੇ ਵਿੱਚ ਕਲਯੁਗ ਨੂੰ ਮਾੜਾ ਨਹੀਂ ਕਿਹਾ। ਸਤਿਗੁਰਾਂ ਨੇ ਬਾਣੀ ਦੇ ਵਿੱਚ ਕਲਯੁਗ ਨੂੰ ਸਭ ਤੋਂ ਚੰਗਾ ਕਿਹਾ। ਅੱਜ ਕਿਸੇ ਨੂੰ ਕਿਹਾ ਜਾਵੇ ਗੁਰੂ ਘਰ ਆਇਆ ਕਰੋ ਜੀ, ਕਹਿਣ ਲੱਗੇ ਜੀ ਉੱਠਿਆ ਨਹੀਂ ਜਾਂਦਾ, ਕਲਯੁਗ ਦਾ ਜ਼ੋਰ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਲਯੁਗ ਸਭ ਤੋਂ ਚੰਗਾ ਹੈ। ਦੂਸਰੇ ਲੋਕ, ਦੁਨੀਆ ਦੇ ਲੋਕ ਕਹਿੰਦੇ ਨੇ ਕਲਯੁਗ ਮਾੜਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਸ਼ਰਵਣ ਕਰੀਏ। ਸਤਿਗੁਰੂ ਜੀ ਕਹਿ ਰਹੇ ਨੇ, ਸਤਜੁਗ, ਤ੍ਰੇਤਾ, ਦੁਆਪਰ ਭਣੀਐ। ਸਤਜੁਗ ਅਤੇ ਤ੍ਰੇਤਾ, ਦੁਆਪਰ ਤਿੰਨੇ ਯੁੱਗਾਂ ਦੀ ਗੁਰੂ ਨੇ ਬਾਤ ਕੀਤੀ। ਕਹਿਣ ਲੱਗੇ ਭਣੀਐ, ਤਿੰਨਾਂ ਦੀ ਵਿਚਾਰ ਕਰੀਏ। ਸਤਜੁਗ, ਤ੍ਰੇਤਾ, ਦੁਆਪਰ ਭਣੀਐ, ਕਲਯੁਗੋ ਉਤਮੋ ਜੁਗਾ ਮਾਹੇ। ਕਹਿਣ ਲੱਗੇ ਪੁਰਾਣੇ ਯੁੱਗਾਂ ਦੇ ਵਿੱਚ ਬੰਦਾ ਕਰਮ ਕਰਦਾ ਸੀ, ਉਸ ਨੂੰ ਫਲ ਹਰਜਾਨਾ ਅੱਗੇ ਜਾ ਕੇ ਭੁਗਤਣਾ ਪੈਂਦਾ ਸੀ। ਪਰ ਚੇਤਾ ਰੱਖਿਓ, ਕਲਯੁਗ ਉਤਮੋ ਜੁਗਾ ਮਾਹੇ। ਕਲਯੁਗ ਉਤਮ ਕਿਉਂ ਹੈ? ਇਹ ਕਰ ਕਰੇ ਸੋ ਇਹ ਕਰ ਪਾਏ। ਬੰਦਾ ਇੱਥੇ ਕੋ ਕਰਮ ਕਰਦਾ ਹੈ ਤੇ ਗੁਰਮੁਖੋ ਇੱਥੇ ਹੀ ਭੋਗਣੇ ਪੈਂਦੇ ਨੇ। ਨਰਕ ਸੁਰਗ ਹੋਰ ਉਹ ਤਾਂ ਕਿਤੇ ਨਹੀਂ। ਸਤਿਗੁਰੂ ਜੀ ਕਹਿ ਰਹੇ ਹਨ ਇੱਥੇ ਹੀ ਹੈ। ਚੇਤਾ ਰੱਖਿਓ, ਇਸ ਲਈ ਜੇ ਬੰਦਾ ਇੱਥੇ ਧੋਖਾ ਧੜੀ ਕਰੇਗਾ, ਬੰਦਾ ਕਿਸੇ ਵਾਸਤੇ ਟੋਆ ਪੁੱਟੇਗਾ, ਆਪ ਡਿੱਗੇਗਾ। ਬੰਦਾ ਕਿਸੇ ਨਾਲ ਇੱਕ ਦਾ ਧੋਖਾ ਕਰੇਗਾ, ਪਾਤਸ਼ਾਹ ਜੀ ਕਹਿ ਰਹੇ ਹਨ ਚੇਤਾ ਰੱਖੀ ਤੇਰੇ ਹਜ਼ਾਰਾਂ ਜਾਣਗੇ। ਇੱਕ ਦਾ ਕੀਤਾ ਧੋਖੇ ਨਾਲ ਇੱਕ ਕਮਾਇਆ, ਤੇਰੇ ਹਜ਼ਾਰਾਂ ਨੂੰ ਪਾਤਸ਼ਾਹ ਜੀ ਕਹਿ ਰਹੇ ਹਨ ਉਹਨਾਂ ਨੂੰ ਵੀ ਡੋਬ ਦੇਵੇਗਾ, ਉਹਨਾਂ ਨੂੰ ਵੀ ਲੈ ਕੇ ਡੁੱਬੇਗਾ। ਇਸ ਲਈ ਗੁਰਮੁਖੋ ਚੰਗੇ ਕਰਮ ਸਤਿਗੁਰਾਂ ਤੋਂ ਸਿੱਖੀਏ, ਚੰਗੇ ਗੁਣ ਆਪਣੇ ਜੀਵਨ ਅੰਦਰ ਕਮਾਈਏ, ਕਿਉਂਕਿ ਸਾਡੇ ਕਰਮਾਂ ਤੇ ਸਾਡੀ ਕਿਸਮਤ ਦਾ ਫੈਸਲਾ ਹੋਣਾ ਹੈ। ਕਿਸਮਤ ਅਸੀਂ ਆਪ ਬਣਾਉਣੀ ਹੈ। ਹੱਥਾਂ ਦੀਆਂ ਲਕੀਰਾਂ, ਮੱਥੇ ਦੀਆਂ ਲਕੀਰਾਂ ਅੰਦਰ ਕੁਝ ਨਹੀਂ। ਇਹ ਬੰਦੇ ਤੇ ਆਪ ਤੇ ਡਿਪੈਂਡ ਹੈ, ਬੰਦੇ ਨੇ ਕਰਮ ਕੈਸੇ ਕਰਨੇ ਨੇ ਤੇ ਉਹਨਾਂ ਕਰਮਾਂ ਤੇ ਗੁਰੂ ਨੇ ਨਿਵੇੜਾ ਕਰਨਾ ਹੈ। ਆਪੇ ਬੀਜ ਆਪੇ ਹੀ ਖਾਹੋ, ਜੈਸਾ ਬੀਜੈ ਸੋ ਲੁਣੈ। ਕਰਮਾ ਸੰਧੜਾ ਖੇਤ, ਜੈਸਾ ਬੀਜੇਗਾ ਤੈਸਾ ਹੀ ਫਲ ਪ੍ਰਾਪਤ ਹੋਵੇਗਾ। ਇਸ ਲਈ ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ, ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਮਿਲੈ ਸੁਖ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾਂ ਦੇ ਸ਼ਰਨ ਵਿੱਚ ਆਇਆ ਹੈ ਤੇ ਚੇਤਾ ਰੱਖੀ ਇਹ ਗੁਣ ਆਪਣੇ ਜੀਵਨ ਅੰਦਰ ਅਪਣਾ ਲਈ, ਇਹ ਦਾਤਾਂ ਆਪਣੇ ਜੀਵਨ ਅੰਦਰ ਸੰਭਾਲ ਲਈ, ਇਹ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਟਿਕਾ ਲਈ। ਮਿਲੈ ਸੁਖ, ਸੁਖ ਤੇਰੇ ਜੀਵਨ ਅੰਦਰ ਆ ਜਾਣਗੇ। ਨਾਮ, ਰੱਬ ਜੀ ਦਾ ਨਾਮ, ਗੁਰੂ ਕੀ ਬੰਦਗੀ, ਗੁਰੂ ਕੇ ਗੁਣ, ਗੁਰੂ ਕੀ ਸਿਫਤੋ ਸਲਾਹ ਵਸ ਜਾਵੇਗੀ। ਹਰ ਸੋਭਾ ਜਦੋਂ ਤੇਰੇ ਅੰਦਰ ਨਾਮ ਵਸ ਗਿਆ, ਸੁਖ ਵੀ ਆ ਜਾਣਗੇ। ਰੱਬ ਜੀ ਦੇ ਨਾਮ ਸਦਕਾ ਸੰਸਾਰ ਦੇ ਅੰਦਰ ਸੋਭਾ ਹੋਵੇਗੀ।
ਰੱਬ ਜੀ ਦੀ ਦਰਗਾਹ ਅੰਦਰ ਵਡਿਆਈ ਮਿਲੇਗੀ। ਚਿੰਤਾ ਲਾਹੇ ਹਮਾਰੀ, ਬੰਦੇ ਨੇ ਚੰਗੇ ਕੰਮ ਚੰਗੇ ਕਰਮ ਕੀਤੇ, ਗੁਰੂ ਕੇ ਦਿਖਾਏ ਰਸਤੇ ਤੇ ਚੱਲਿਆ, ਗੁਰੂ ਨੇ ਚਿੰਤਾਵਾਂ ਝੋਰੇ ਵਕਾਰ ਵੀ ਖਤਮ ਕਰ ਦਿੱਤੇ। ਇਸ ਲਈ ਭਾਗਾਂ ਵਾਲਿਓ, ਗੁਰੂ ਕੀ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਸਮਝੀਏ, ਤਾਂ ਕਿ ਜੀਵਨ ਵਿੱਚ ਲਾਗੂ ਕਰਕੇ ਲੋਕ ਸੁਖੀਏ, ਪਰਲੋਕ ਸਹੇਲੇ ਹੋ ਸਕੀਏ। ਇਸ ਲਈ ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਸੋ ਸਮੇਂ ਨੀਕੇ ਗੁਣ ਗਾਓ, ਮਿਟੇ ਰੋਗ। ਪਾਤਸ਼ਾਹ ਜੀ ਕਹਿ ਰਹੇ ਹਨ, ਐ ਬੰਦੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਪਕੜੇਗਾ, ਗੁਰੂ ਦਾ ਪੱਲਾ ਪਕੜੇਗਾ, ਗੁਰੂ ਤੈਨੂੰ ਦੱਸ ਦੇਵੇਗਾ, ਸਿੱਖਾ ਰੱਬ ਜੀ ਦੇ ਗੁਣ ਕਿਵੇਂ ਗਾਉਣੇ ਨੇ, ਰੱਬ ਜੀ ਨੂੰ ਧਿਆਉਣਾ ਕਿਵੇਂ ਹੈ, ਉਸ ਦੀ ਬੰਦਗੀ, ਉਸ ਦੀ ਇਬਾਦਤ ਕਿਵੇਂ ਕਰਨੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਆਰੰਭਤਾ ਵਿੱਚ ਕਹਿ ਦਿੱਤਾ, ਨੀਕੇ ਗੁਣ ਗਾਓ। ਇਹ ਬੰਦੇ ਆਪਣੇ ਮਨ ਕਰਕੇ ਰੱਬ ਜੀ ਦੇ ਗੁਣ ਗਾ, ਤੇ ਇਹਨਾਂ ਗੁਣਾਂ ਦੀ ਬਰਕਤ ਸਦਕਾ ਮਿਟ ਹੀ ਰੋਗ, ਤੇਰੇ ਅੰਦਰ ਦੇ ਰੋਗ ਵਿਕਾਰ ਪਾਪ ਖਤਮ ਹੋ ਜਾਣਗੇ। ਗੁਰੂ ਅੰਦਰ ਦੇ ਮਨ ਦੀ ਜਮਾਂ ਦੀ ਫਾਹੀ ਕੱਟ ਦੇਵੇਗਾ। ਗੁਰੂ ਅੰਦਰ ਦੇ ਮਨ ਨੂੰ ਜੋ ਆਦ ਵਿਆਦ ਦੇ ਰੋਗ ਲੱਗੇ ਨੇ, ਜੋ ਕਾਮ ਕ੍ਰੋਧ ਅਰ ਲੋਭ ਮੋਹ ਦੇ ਰੋਗ ਲੱਗੇ ਨੇ, ਗੁਰੂ ਪਾਤਸ਼ਾਹ ਜੀ ਉਹ ਸਾਰੇ ਰੋਗ ਖਤਮ ਕਰ ਦੇਣਗੇ। ਇਸ ਲਈ ਭਾਗਾਂ ਵਾਲਿਓ, ਸਾਨੂੰ ਸਮਝਣਾ ਪਵੇਗਾ, ਗੁਰੂ ਤੋਂ ਸਿੱਖਿਆ ਲੈਣੀ ਪਵੇਗੀ। ਪਾਤਸ਼ਾਹ ਜੀ ਇਹ ਅੰਦਰ ਦੇ ਮਨ ਦੇ ਰੋਗ ਕਿਵੇਂ ਖਤਮ ਹੋਣਗੇ? ਤੇ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਇਹ ਬੜਾ ਭਿਆਨਕ ਰੋਗ ਹੈ, ਹਉਮੈ ਦੀਰਘ ਰੋਗ ਹੈ। ਹਉਮੈ ਦਾ, ਅਹੰਕਾਰ ਦਾ, ਕਾਮ ਕ੍ਰੋਧ ਅਰ ਲੋਭ ਮੋਹ ਦਾ ਬੜਾ ਪੁਰਾਣਾ ਰੋਗ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸਿੱਖਾ ਤੂੰ ਘਬਰਾ ਨਾ, ਜੇ ਗੁਰੂ ਕੀ ਸ਼ਰਨ ਵਿੱਚ ਆਇਆ ਹੈ, ਇਸ ਦੀ ਦਵਾਈ ਵੀ ਹੈ, ਇਸ ਰੋਗ ਤੋਂ ਮੁਕਤ ਹੋਣ ਦਾ ਤਰੀਕਾ ਵੀ ਹੈ। ਇਹ ਰੋਗ ਭਾਗਾਂ ਵਾਲਿਓ ਇਤਨਾ ਭਿਆਨਕ ਹੈ, ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਇਹ ਰੋਗ ਬੰਦੇ ਨੂੰ ਜਨਮਾਂ ਜਨਮਾਂ ਤੋਂ ਚੁੰਬੜਿਆ ਹੋਇਆ ਹੈ। ਇਹ ਨਹੀਂ ਕਿ ਬੰਦੇ ਨੂੰ ਕੇਵਲ ਮਨੁੱਖਾ ਜੀਵਨ ਵਿੱਚ ਆ ਕੇ ਚੁੰਬੜਿਆ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਇਹ ਬੰਦੇ ਬੜਾ ਲੰਬਾ ਪੈਂਡਾ ਤੈਅ ਕਰਕੇ ਆਇਆ ਹੈ, ਇਸ ਲਈ ਸਮਾਂ ਸੰਭਾਲ ਲੈ, ਮਨੁੱਖਾ ਜੀਵਨ ਬੜਾ ਸਚਿਆਰ ਬਣ ਕੇ ਜਿਉ, ਮਨੁੱਖਾ ਜੀਵਨ ਸੱਚਾ ਬਣ ਕੇ ਜਿਉ, ਮਨੁੱਖੇ ਜੀਵਨ ਦੁਆਰਾ ਮਤ ਉੱਚੀ ਕਰ ਲੈ, ਮਨੁੱਖਾ ਜੀਵਨ ਦੁਆਰਾ ਰੱਬ ਜੀ ਦੇ ਨਾਲ ਪਿਆਰ ਕਰ ਲੈ, ਉਸ ਦੀ ਇਬਾਦਤ ਕਰ, ਕਿਉਂਕਿ ਇਹ ਜੀਵਨ ਮਿਲਿਆ ਹੀ ਰੱਬ ਦੀ ਇਬਾਦਤ ਵਾਸਤੇ ਹੈ। ਆਇਓ ਸੁਣਨ ਪੜਨ ਕੋ ਬਾਣੀ, ਤੂੰ ਦੁਨੀਆ ਤੇ ਕਰਨ ਕੀ ਆਇਆ ਹੈ? ਰੱਬ ਜੀ ਦੀ ਇਬਾਦਤ ਕਰਨ ਵਾਸਤੇ, ਰੱਬ ਜੀ ਦੀ ਸਿਫਤੋ ਸਲਾਹ ਕਰਨ ਵਾਸਤੇ। ਆਇਓ ਸੁਣਨ ਪੜਨ ਕੋ ਬਾਣੀ, ਪਰ ਬੰਦੇ ਨੇ ਦੁਨੀਆ ਤੇ ਆ ਕੇ ਕੀ ਕੀਤਾ? ਪਾਤਸ਼ਾਹ ਜੀ ਕਹਿ ਰਹੇ ਹਨ, ਨਾਮ ਵਿਸਾਰ, ਰੱਬ ਜੀ ਦੇ ਨਾਮ ਨੂੰ ਵਿਸਾਰ ਦਿੱਤਾ। ਲੱਗੈ ਅਨ ਲਾਲਚ, ਦੁਨੀਆ ਦੇ ਰਸਾਂ ਦੇ ਵਿੱਚ ਲੱਗ ਗਿਆ, ਦੁਨੀਆ ਦੇ ਰਸਾਂ ਦੇ ਵਿੱਚ ਮਸਤ ਹੋ ਗਿਆ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਗਰਭ ਛੋੜ, ਮਾਂ ਦਾ ਪੇਟ ਛੱਡਿਆ, ਭਾਵ ਜਨਮ ਲੈ ਲਿਆ, ਮਿਰਤ ਮੰਡਲ ਆਇਆ, ਸੰਸਾਰ ਵਿੱਚ ਆਇਆ, ਤੋ ਨਰ ਇਸ ਬੰਦੇ ਨੇ ਹਰ ਰੱਬ ਜੀ ਨੂੰ ਵਿਸਾਰਿਆ, ਆਪਣੇ ਮਨ ਦੇ ਵਿੱਚੋਂ ਭੁਲਾ ਦਿੱਤਾ। ਜਦੋਂ ਇਸ ਦੇ ਮੁਖ ਨੂੰ ਗੁਰਮੁਖੋ ਮਾਂ ਦਾ ਦੁੱਧ ਲੱਗਿਆ, ਪਹਿਲਾ ਪਿਆਰ ਦੁੱਧ ਵਿੱਚ ਪੈ ਗਿਆ, ਦੂਜਾ ਪਿਆਰ ਗੁਰਮੁਖੋ ਇਸ ਦਾ ਭੈਣ ਭਰਾਵਾਂ ਦੇ ਵਿੱਚ ਪੈ ਗਿਆ, ਤੀਜਾ ਪਿਆਰ ਸਤਿਗੁਰੂ ਜੀ ਕਹਿ ਰਹੇ ਹਨ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਦੂਜੀ ਅਵਸਥਾ ਵਿੱਚ ਮਾਂ ਬਾਪ ਦੀ ਸੋਝੀ ਆ ਗਈ, ਤੀਜੀ ਅਵਸਥਾ ਵਿੱਚ ਭੈਣ ਭਰਾਵਾਂ ਦੀ ਸੋਝੀ ਆ ਗਈ, ਚੌਥੀ ਅਵਸਥਾ ਦੇ ਵਿੱਚ ਖੇਡਾਂ ਦੇ ਵਿੱਚ, ਨਕਲੀ ਖਿਡੌਣਿਆਂ ਦੇ ਵਿੱਚ ਪਰਚ ਗਿਆ, ਤੇ ਪੰਜਵੀਂ ਅਵਸਥਾ ਦੇ ਵਿੱਚ ਪਾਤਸ਼ਾਹ ਜੀ ਕਹਿ ਰਹੇ ਹਨ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਵ, ਚੌਥਾ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਜਿਸ ਉਮਰ ਵਿੱਚ ਅਸੀਂ ਬੱਚੇ ਨੂੰ ਕਹਿੰਦੇ ਹਾਂ, ਬੇਟਾ ਖਾ ਲੈ, ਹੁਣ ਤੇਰੀ ਖਾਣ ਪੀਣ ਦੀ ਉਮਰ ਹੈ, ਕਿਉਂਕਿ ਗੁਰਮੁਖੋ ਵਡੇਪੇ ਵਿੱਚ ਆ ਕੇ ਖਾਣਾ ਪੀਣਾ ਵੀ ਇੰਨੀ એનર્ਜੀ ਨਹੀਂ ਦਿੰਦਾ,
ਕਿਉਂਕਿ ਬੰਦੇ ਦਾ ਲੀਵਰ ਮਿਹਦਾ ਕਮਜ਼ੋਰ ਹੋ ਜਾਂਦਾ ਹੈ, ਪੂਰੀ એનર્ਜੀ ਸਰੀਰ ਨੂੰ ਮਿਲਦੀ ਨਹੀਂ, ਕਿਉਂਕਿ ਸਰੀਰ ਹੌਲੀ ਹੌਲੀ ਬਿਰਧ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਤਨਾ ਬਿਰਧ ਹੋ ਜਾਂਦਾ ਹੈ, ਥੋੜਾ ਜਿਹਾ ਸਖਤ ਭੋਜਨ ਖਾਵੇ ਤੇ ਗੁਰਮੁਖੋ ਪਚਦਾ ਨਹੀਂ। ਪਾਤਸ਼ਾਹ ਜੀ ਕਹਿ ਰਹੇ ਹਨ, ਇਸੇ ਤਰ੍ਹਾਂ ਪੰਜਵੇਂ ਖਾਣ ਪੀਣ ਕੀ ਧਾਤ, ਬੰਦਾ ਗੁਰਮੁਖੋ ਪੰਜਵੀਂ ਅਵਸਥਾ ਦੇ ਵਿੱਚ ਖਾਣ ਪੀਣ ਵਿੱਚ ਮਸਤ ਹੋ ਜਾਂਦਾ ਹੈ। ਛੇਵੇਂ ਕਾਮ ਨਾ ਪੁੱਛੈ ਜਾਤ, ਫਿਰ ਉਹ ਅਵਸਥਾ ਆ ਜਾਂਦੀ ਹੈ ਜਿਸ ਅਵਸਥਾ ਦੇ ਵਿੱਚ ਬੰਦੇ ਦਾ ਵਿਆਹ ਹੋ ਜਾਂਦਾ ਹੈ। ਸਤਵੇਂ ਸੰਚ ਕੀਆ ਘਰਵਾਸ, ਫਿਰ ਗੁਰਮੁਖੋ ਜਦ ਵਿਆਹ ਹੋ ਗਿਆ, ਕਬੀਲਦਾਰੀ ਵਧੀ, ਬੰਦਾ ਆਪਣੇ ਘਰ ਦੇ ਵਿੱਚ ਪਦਾਰਥ ਜੋੜਨੇ ਸ਼ੁਰੂ ਕਰ ਦਿੰਦਾ ਹੈ, ਬੰਦਾ ਆਪਣੇ ਘਰ ਦੇ ਵਿੱਚ ਪਦਾਰਥ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਹੈ। ਅੱਠਵੇਂ ਕ੍ਰੋਧ ਹੋਆ ਤਨਾਸ, ਅੱਠਵੀਂ ਅਵਸਥਾ ਆਈ, ਬੰਦੇ ਨੂੰ ਕ੍ਰੋਧ ਬੜਾ ਆਉਂਦਾ ਹੈ, ਗੁੱਸਾ ਬੜਾ ਆਉਂਦਾ ਹੈ। ਉਧਰੋਂ ਗੁਰਮੁਖੋ ਬੱਚੇ ਖਰਚਾ ਮੰਗਦੇ ਨੇ, ਬਾਪੂ ਕਾਲਜ ਦੀ ਫੀਸ ਭਰਨੀ ਹੈ, ਬਾਪੂ ਸਕੂਲੇ ਫੀਸ ਭਰਨੀ ਹੈ, ਤੇ ਗੁਰਮੁਖੋ ਉਧਰੋਂ ਘਰ ਵਾਲੀ ਕਹਿੰਦੀ ਹੈ ਘਰ ਦੇ ਵਿੱਚ ਰਾਸ਼ਨ ਮੁੱਕਿਆ ਹੋਇਆ ਹੈ, ਆਹ ਸਮਾਨ ਲਿਆਉਣਾ ਹੈ, ਉਹ ਸਮਾਨ ਲਿਆਉਣਾ ਹੈ, ਇਸ ਦਾ ਇਲਾਜ ਕਰਾਉਣਾ ਹੈ, ਬਿਮਾਰੀ ਤੋਂ ਬਚਾਉਣਾ ਹੈ, ਅਨੇਕਾਂ ਖਰਚੇ ਫਿਰ ਹੁੰਦੇ ਨੇ। ਗੁਰਮੁਖੋ ਬੰਦਾ ਫਿਰ ਕਰੁੱਝਦਾ ਹੈ, ਬੰਦੇ ਨੂੰ ਫਿਰ ਗੁੱਸਾ ਬੜਾ ਆਉਂਦਾ ਹੈ। ਅੱਠਵੇਂ ਕ੍ਰੋਧ ਹੋਆ ਤਨਾਸ, ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਨੌਵੇਂ ਧੌਲੇ ਉੱਬੇ ਸਾਹ, ਨੌਵੀਂ ਅਵਸਥਾ ਆਈ ਤੇ ਗੁਰੂ ਨੇ ਸੰਕੇਤ ਦੇ ਦਿੱਤਾ, ਐ ਬੰਦੇ ਤੇਰਾ ਅਗਲਾ ਜੀਵਨ ਥੋੜਾ ਰਹਿ ਗਿਆ, ਕਿਉਂਕਿ ਅੱਗਾ ਨੇੜਾ ਆਇਆ, ਪਿੱਛਾ ਰਹਿਆ ਦੂਰ। ਗੁਰੂ ਨੇ ਸੰਕੇਤ ਦੇ ਦਿੱਤਾ, ਕਾਲੀ ਹੂੰ, ਪਹਿਲੋ ਤੇਰੇ ਸਰੀਰ ਦੇ ਰੋਮ, ਸਿਰ ਦੇ ਰੋਮ, ਦਾੜੇ ਦੇ ਰੋਮ ਕਾਲੇ ਸਨ, ਵਾਲ ਕਾਲੇ ਸਨ, ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਕਾਲੀ ਹੂੰ ਫੁੰਨ ਧੌਲੇ ਆਏ। ਇੱਕ ਸੰਕੇਤ ਦੇ ਦਿੱਤਾ, ਐ ਬੰਦੇ ਧੌਲੇ ਸ਼ੁਰੂ ਹੋ ਗਏ, ਰੱਬ ਜੀ ਦੀ ਇਬਾਦਤ ਹਜੇ ਵੀ ਕਰ ਲੈ, ਸਮਾਂ ਥੋੜਾ ਰਹਿ ਗਿਆ, ਪਤਾ ਨਹੀਂ ਇੱਕ ਸਵਾਸ ਦੀ ਜ਼ਿੰਦਗੀ ਹੈ ਜਾਂ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਤੇ ਕਹਿ ਰਹੇ ਨੇ, ਬੰਦਾ ਕੇਵਲ ਇੱਕ ਦਮ ਦਾ ਹੀ ਆਦਮੀ ਹੈ, ਸਾਹ ਆਇਆ ਆਦਮੀ, ਨਾ ਸਾਹ ਆਇਆ ਮਿੱਟੀ ਦੀ ਢੇਰੀ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਤੇ ਗੁਰਮੁਖੋ ਇਧਰ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਨੌਵੇਂ ਧੌਲੇ ਉੱਬੇ ਸਾਹ, ਨੌਵੀਂ ਅਵਸਥਾ ਆਈ, ਬੰਦੇ ਦੇ ਸਰੀਰ ਤੇ ਧੌਲੇ ਉੱਗੇ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਨੇ ਸੰਕੇਤ ਦੇ ਦਿੱਤਾ, ਬੰਦੇ ਰੱਬ ਨੂੰ ਧਿਆਉਣਾ ਕਰ। ਦਸਵਾਂ ਦੱਦਾ ਹੋਆ ਸਵਾ, ਬੰਦੇ ਦੀ ਇੱਥੇ ਖੇਡ ਸਮਾਪਤ ਹੋ ਗਈ। ਜਿਹੜਾ ਕਹਿੰਦਾ ਸੀ ਕਿ ਮੇਰਾ ਸੰਸਾਰ ਤੇ ਸਭ ਕੁਝ ਹੈ, ਘਰ ਮੇਰਾ, ਪਰਿਵਾਰ ਮੇਰਾ, ਕਾਰੋਬਾਰ ਮੇਰਾ, ਸਤਿਗੁਰੂ ਜੀ ਕਹਿ ਰਹੇ ਹਨ, ਜੋ ਮੇਰੀ ਮੇਰੀ ਕਰਦੇ ਨੇ ਆਪਣਾ ਸਾਰਾ ਜੀਵਨ ਖੁਆਰ ਕਰ ਲਿਆ। ਦੂਸਰਿਆਂ ਦਾ ਜੀਵਨ ਬਣਾਉਣ ਵਾਸਤੇ, ਦੂਸਰਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਆਪ ਕਦੀ ਰੱਬ ਦੀ ਇਬਾਦਤ ਨਹੀਂ ਕੀਤੀ। ਦੂਜਿਆਂ ਦੇ ਨਾਲ, ਲੋਕਾਂ ਦੇ ਨਾਲ ਧੋਖਾ ਧੜੀ ਕਰਦਾ ਰਿਹਾ। ਧੋਖਾ ਕਰ ਕਰਕੇ ਗੁਰਮੁਖੋ ਆਪਣੇ ਘਰ ਦੇ ਵਿੱਚ ਧਨ ਪਦਾਰਥ ਲਿਆਉਂਦਾ ਰਿਹਾ। ਕਿਸੇ ਦੇ ਨਾਲ ਠੱਗੀ ਮਾਰੀ, ਧੋਖਾ ਕੀਤਾ, ਵਿਸ਼ਵਾਸਘਾਤ ਕੀਤਾ। ਪਾਤਸ਼ਾਹ ਜੀ ਕਹਿ ਰਹੇ ਹਨ, ਬਹੁ ਪ੍ਰਪੰਚ ਕਰ ਪਰਤਨ ਲਿਆਵੇ। ਬੜੇ ਬੰਦੇ ਨੇ ਪ੍ਰਪੰਚ ਕੀਤੇ, ਧੋਖੇ ਕੀਤੇ, ਧੋਖੇ ਵਿੱਚ ਠੱਗੀਆਂ ਠੋਰੀਆਂ ਕੀਤੀਆਂ ਤੇ ਗੁਰਮੁਖੋ ਉਹ ਧਨ ਆਪਣੇ ਘਰ ਲਿਆਇਆ। ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁੱਤ ਦਾਰਾ ਪਹਿ ਆਨ ਲਟਾਵੇ। ਫਿਰ ਉਹ ਧਨ ਆਪਣੇ ਧੀਆਂ ਪੁੱਤਰਾਂ ਤੇ ਖਰਚਦਾ ਹੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਗੁਰੂ ਪਾਤਸ਼ਾਹ ਜੀ ਨੇ ਵਰਜਿਆ ਸਿੱਖਾ, ਕਦੇ ਵੀ ਐਸਾ ਭੁੱਲ ਕੇ ਕਪਟ ਨਾ ਕਰੀ, ਕਦੇ ਵੀ ਐਸਾ ਕੰਮ ਨਾ ਕਰੀ। ਚੇਤਾ ਰੱਖੀ, ਇਹ ਹਰਜਾਨਾ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪਵੇਗਾ। ਵਕਾਰ ਬੰਦੇ ਨੇ ਕੀਤੇ ਪਰ ਭੁਗਤਣਾ ਜਿਨ੍ਹਾਂ ਨੂੰ ਖਵਾਵੇਗਾ ਉਹਨਾਂ ਨੂੰ ਵੀ ਪਵੇਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁੱਤ ਦਾਰਾ ਪਹਿ ਆਨ ਲਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ, ਤੇਰੇ ਜੀ ਪਹਿ ਲੀਜੈ ਅੰਤ ਨੂੰ ਨਵੇੜਾ। ਤੇਰੀ ਜਿੰਦ ਨੂੰ, ਤੇਰੇ ਮਨ ਨੂੰ, ਤੇਰੀ ਆਤਮਾ ਨੂੰ ਦੇਣਾ ਪੈਣਾ ਹੈ, ਕਿਉਂਕਿ ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ, ਉਸਨੇ ਆਪਣੀ ਵਹੀ ਖੋਲ ਲੈਣੀ ਹੈ। ਲੇਖਾ ਤੇਰਾ ਪੁੱਛਣਾ ਹੈ, ਚੇਤਾ ਰੱਖੀ ਸੱਜਣਾ, ਕਿਸੇ ਦਾ ਹੱਕ ਨਾ ਮਾਰੀ, ਕਿਸੇ ਦੀ ਮਿਹਨਤ ਨਾ ਮਾਰੀ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ, ਬੰਦੇ ਦੀ ਇੱਥੇ ਖੇਡ ਸਮਾਪਤ ਹੋ ਜਾਂਦੀ ਹੈ। ਦਸਵਾਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ,
ਨਾਨਕ ਮਨ ਮੁਖ ਅੰਧ ਪਿਆਰ ਬਾਝ ਗੁਰੂ ਡੁੱਬਾ ਸੰਸਾਰ। ਕਹਿਣ ਲੱਗੇ ਗੁਰੂ ਦੀ ਸਿੱਖਿਆ ਤੋਂ ਬਿਨਾ ਬੰਦਾ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਗਿਆ। ਗੁਰੂ ਕੇ ਗਿਆਨ ਤੋਂ ਬਿਨਾ ਬੰਦਾ ਇਸ ਸੰਸਾਰ ਸਮੁੰਦਰ ਦੀ ਘੁੰਮਣ ਘੇਰੀ ਵਿੱਚ ਫਸ ਗਿਆ। ਬੰਦਾ ਇਸ ਸੰਸਾਰ ਦੇ ਵਿੱਚ ਪਾਤਸ਼ਾਹ ਜੀ ਕਹਿ ਰਹੇ ਹਨ ਭੁੱਬਾ ਮਾਰ ਰਿਹਾ ਹੈ। ਇਸ ਸਮੁੰਦਰ ਦੇ ਵਿੱਚ ਵਿਕਾਰਾਂ ਰੂਪੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ, क्योंकि गुरु के ज्ञान तो बिना गुरमुखो इसनू रस्ता नहीं मिलिया। गुरु की बाणी वो रस्ता है, गुरु की बाणी वो सहारा है। सानू गुरु पातशाह समझ दिंदे ने, ज्ञान दिंदे ने ते अंदर दे रोग खत्म करदे ने। नीके हर गुण गाओ मिट ही रोग गुरु के गुण गा। तेरे मन दे, तेरे तन दे, तेरे घर दे दुख खत्म हो जाणगे, तेरे अंदर दे रोग खत्म हो जाणगे। ते गुरु पातशाह जी कह रहे ने मुख उजल गुरु के नाम नू ध्यावेगा मुख पवित्र हो जाएगा। गुरु के नाम नू ध्यावेगा गुरु की दरगाह विच प्रवान हो जाएगा। क्योंकि जिन्नी नाम ध्याया गए मशक्कत घाल, जिन्हां ने नाम ध्याया मशक्कत घाली रब दी दरगाह विच प्रवान हो गए। गुरु ने अपनी गोद विच बिठा लए, सन्माने गए। ते इसलिए पातशाह जी कह रहे हैं मुख उजल, मुख उजला हो जाएगा। मन निर्मल होई है, मन पवित्र हो जाएगा। है तेरो इहा उहा रोग, तेरो रहे इहा उहा लोग। पातशाह जी कह रहे हैं चेता रखी गुरु की इबादत करेगा लोक भी सवरेगा परलोक भी सवरेगा। इहा तो भाव ए लोक, उहा तो भाव गुरु पातशाह जी ने दरगाह की गल की। इस जीवन दे विचों पंखेरू जदों उडेगा परलोक विच रब जी की दरगाह विच जावेगा। गुरु पातशाह जी कह रहे ने लोक भाव जदों तक शरीर विच रहिंदा है, परलोक भाव जदों शरीर छड्ड दिता। ते इसलिए पातशाह जी कह रहे हैं तेरे ये दोवें सवर जाणगे लोक सुखिए परलोक सहेले हो जावेगा। पर चेता रख सज्जना पहलो अपने मन नू मांजना पवेगा, अपने मन नू साफ करना पवेगा। जदों तेरे मन दे विचों गुरु दी तस्वीर दिसन लग गई, जदों तेरे मन विचों गुरु का ज्ञान दिसन लग गया, जदों तेरे मन दे विचों गुरु की सिक्ख्या दिसन लग गई। बाबा दीप सिंह एक वार लंगर दे विच बर्तन मांज रहे सन। बाटा मांजदियां वार वार बाटा मांजिया करन, बाटे दे विच देखिया करन इन्ना बाटा लिशका दिता उन्हां दी अपनी तस्वीर बाटे विच दिस रही है, बर्तन विच दिस रही है। गुरु गोबिंद सिंह पातशाह जी पिछे खड़े सारा नजारा देख रहे ने। गुरु पातशाह जी इस दे कोल आए, बाबा दीप सिंह नूं कहन लगे दीप सिया बाटा साफ हो गया। कहन लगे महाराज हाले साफ नहीं होया। गुरु पातशाह जी कहन लगे क्यों साफ नहीं होया? कहन लगा महाराज मैं वार वार देखदा हां, मन अंदर इतनी होमै है जदों मैं इस बाटे अंदर देखदा हां मेरी तस्वीर दिसदी है। जदों तक ताड़ी तस्वीर इस बाटे विच नहीं दिसदी मैं इस बाटे नूं मांजना बंद नहीं करांगा। क्योंकि भागां वालिओ गुरु के ज्ञान सदका मन विचों गुरु की तस्वीर दिसदी है, गुरु की सिक्ख्या दिसदी है, गुरु का ज्ञान दिसेगा। इसलिए भागां वालिओ अपने मन नूं गुरु के चरणां विच आके इतना मांजिए कि गुरु की तस्वीर गुरु दे नाल मिलाप साडे मन विचों हो जावे। इसलिए गुरु पातशाह जी कह रहे हैं सब किछ घर में बाहर नाही, बाहर टोलै सो भरम पलाही। बाहर ढूंढेगा भरमा विच पवेगा, अंदर ढूंढेगा ते रब दे नाल मिलाप हो जावेगा। इसलिए गुरु दा सहारा लै, गुरु के चरणां विच आ, गुरु गुरु जप ताकि लोक सुखिए परलोक सहेले हो सकिए जी।